ਰੀਅਲ ਏਸਟੇਟ, ਲੀਸਿੰਗ, ਰੈਂਟਲ, ਉਹ ਟੋਟਲ ਉਹਦੀ GDP ਨੂੰ ਕੰਟਰੀਬਿਊਸ਼ਨ ਜਾਂ ਸਪੈਂਡਿੰਗ ਕਹਿ ਲਓ ਇਜ਼ 13%. ਨਾਟ ਫॉर ਪ੍ਰੋਫਿਟ ਦੀ 17.2% ਹੈ. ਇਟ ਇਜ਼ ਹਾਇਰ ਐਂਡ ਇਟ ਇਜ਼ ਬਿਗਰ ਦੈਨ ਦ ਰੀਅਲ ਏਸਟੇਟ, ਲੀਸਿੰਗ ਐਂਡ ਰੈਂਟਲ ਮਾਰਕੀਟ ਇਨ ਕੈਨੇਡਾ. ਇੰਨਾ ਪੈਸਾ ਇਹ 'ਚ ਇਨਵੋਲਵ? ਹਾਂਜੀ. It's the budget, the spending is over $16.5 billion annually. And ਉਹਨਾਂ ਚੋਂ 43% ਨੇ ਇਹ ਕਿਹਾ ਵੀ ਸਾਡੇ ਫਿਜ਼ੀਕਲ ਐਸੈਟਸ ਦੀ ਚੋਰੀ ਹੁੰਦੀ ਆ. ਮਿਸਅਪਰੋਪਰੀਏਸ਼ਨ ਆਫ ਕੰਪਨੀ ਫੰਡਸ, ਮਤਲਬ ਡਾਇਰੈਕਟਲੀ ਪੈਸੇ ਮਿਸਅਪਰੋਪਰੀਏਟ ਹੋ ਰਿਹਾ. 22% ਆਫ ਆਰਗੇਨਾਈਜੇਸ਼ਨਸ ਦੇ ਐਡਮਿਟਡ ਕਿ ਸਾਡੀਆਂ ਜਿਹੜੀ ਮਿਸਅਪਰੋਪਰੀਏਸ਼ਨ ਆਫ ਫੰਡਸ ਹੁੰਦੀਆਂ ਨੇ ਐਂਡ ਸਾਨੂੰ ਪਤਾ ਵਾ. ਅਤੇ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਅਸੀਂ ਐਨੂਅਲੀ ਬੈਠਦੇ ਹਾਂ ਆਪਣੀ ਬਜਟ ਰਿਵਿਊਜ਼ ਵਾਸਤੇ ਜਾਂ ਆਡਿਟਸ ਵਾਸਤੇ ਵੀ ਉਹ ਪੈਸੇ ਗਏ ਕਿੱਥੇ ਗਏ. ਕੋਈ ਫਾਰਮਰ ਇੰਪਲੋਈ ਸੀਗਾ, ਉਹਨੇ ਆਪਣੇ ਟਰੈਵਲ ਐਂਡ ਟੂਰਿਜ਼ਮ 'ਤੇ ਲੈ ਲਏ, ਹੁਣ ਉਹ ਲੱਭ ਨਹੀਂ ਰਿਹਾ, ਉਹਨੂੰ ਕਿੱਥੋਂ ਅਸੀਂ ਵਾਪਸ ਲਵਾਂਗੇ ਪੈਸੇ. ਇਹੋ ਜਿਹੀਆਂ ਸਟੋਰੀਜ਼ ਵੀ ਸੀਗੀਆਂ ਉਹ 'ਚ. ਗੱਲਬਾਤ ਕਰਾਂਗੇ. ਇੱਕ ਬਹੁਤ ਹੀ ਇੰਪੋਰਟੈਂਟ ਏਰੀਆ ਹੈ ਸਾਡਾ ਨਾਟ ਫॉर ਪ੍ਰੋਫਿਟ ਸੈਕਟਰ. ਕੈਨੇਡਾ ਦਾ ਬਹੁਤ ਵੱਡਾ ਸੈਕਟਰ ਹੈ ਅਤੇ ਇਸ 'ਤੇ ਬੜਾ ਮਾਣ ਵੀ ਅਸੀਂ ਕਰਦੇ ਹਾਂ. ਇਹ ਸੈਕਟਰ ਕੀ ਹੈ, ਕਿੰਨਾ ਕੁ ਵੱਡਾ ਹੈ, ਕੀ ਇਹਦੇ ਚੈਲੰਜਸ ਨੇ, ਕਿੰਨਾ ਇਸ 'ਚ ਖਰਚਾ ਹੋ ਰਿਹਾ ਅਤੇ ਕੀ ਇਹਦਾ ਰੋਲ ਹੈ, ਇਹਨਾਂ ਸਾਰਿਆਂ 'ਤੇ ਅਸੀਂ ਨਜ਼ਰ ਮਾਰਾਂਗੇ. ਅਤੇ ਇਸ ਵਾਸਤੇ ਗੱਲ ਕਰਨ ਲਈ ਅਸੀਂ ਬੇਨਤੀ ਕੀਤੀ ਹੈ ਮੀਨਾਕਸ਼ੀ, ਜਿਹੜੇ ਕਿ ਕਾਮੈਂਟ ਕਰਦੇ ਨੇ ਇਹਨਾਂ ਇਸ਼ੂਜ਼ ਦੇ ਉੱਤੇ. ਸਾਡੇ ਸ਼ੋਅ 'ਚ ਪਹਿਲਾਂ ਵੀ ਕਈ ਵਾਰ ਉਹ ਗੱਲ ਕਰ ਚੁੱਕੇ ਨੇ ਅਤੇ ਸਟੂਡੀਓ 'ਚ ਨੇ ਇਸ ਵੇਲੇ. ਮੀਨਾਕਸ਼ੀ ਜੀ ਬਹੁਤ ਬਹੁਤ ਸ਼ੁਕਰੀਆ. ਗੁੱਡ ਮਾਰਨਿੰਗ. ਗੁੱਡ ਮਾਰਨਿੰਗ ਸ਼ਮੀਲ ਜੀ. ਗੁੱਡ ਮਾਰਨਿੰਗ ਟੋਰਾਂਟੋ. ਪਹਿਲਾਂ ਤਾਂ ਥੋੜ੍ਹਾ ਜਿਹਾ ਐਕਸਪਲੇਨ ਕਰੋ ਕਿਉਂਕਿ ਹੋ ਸਕਦਾ ਕਈਆਂ ਨੂੰ ਪੂਰਾ ਆਈਡੀਆ ਨਾ ਹੋਏ ਕਿ ਨਾਟ ਫॉर ਪ੍ਰੋਫਿਟ ਸੈਕਟਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅਤੇ ਕਿਸ ਸੈਕਟਰ ਦੀ ਗੱਲ ਕਰ ਰਹੇ ਹਾਂ ਅਤੇ ਇਹਦੇ 'ਚ ਕੀ ਕੀ ਹੈ ਅਤੇ ਕਿੰਨਾ ਕੁ ਵੱਡਾ ਹੈ. ਹਾਂਜੀ ਸ਼ਮੀਲ ਜੀ, ਆਪਣੀ ਜਿਹੜੀ ਸੁਸਾਇਟੀ ਹੈ, ਕੈਨੇਡੀਅਨ ਸੁਸਾਇਟੀ ਹੈ, ਇਹਦੇ ਵਿੱਚ ਨਾਟ ਫॉर ਪ੍ਰੋਫਿਟ ਆਪਾਂ ਇੱਕ ਗਲੋਬਲ ਟਰਮ ਜੇ ਲੈ ਲਈਏ, ਬਲੈਂਕਟ ਟਰਮ ਲੈ ਲਈਏ, ਉਹਦਾ ਬਹੁਤ ਵੱਡਾ ਰੋਲ ਵਾ. ਐਂਡ ਬਹੁਤ ਅੱਛੇ ਕੰਮ ਵੀ ਹੋ ਰਹੇ ਨੇ. ਐਂਡ ਓਬਵੀਅਸਲੀ ਹਰ ਇੱਕ ਖਿੱਤੇ 'ਚ ਜਿਵੇਂ ਇੰਪਰੂਵਮੈਂਟ ਦੀ ਲੋੜ ਹੈ, ਇਹ 'ਚ ਵੀ ਬਹੁਤ ਜ਼ਿਆਦਾ ਇੰਪਰੂਵਮੈਂਟ ਦੀ ਲੋੜ ਹੈ. ਅਤੇ ਬਰੋਡਲੀ ਸਪੀਕਿੰਗ ਨਾਟ ਫॉर ਪ੍ਰੋਫਿਟ ਆਪਾਂ ਜਿਹਨੂੰ ਕਹਿੰਦੇ ਹਾਂ ਉਹਦੇ ਦੋ ਬਕਟਸ ਨੇ. ਇੱਕ ਹੈਗਾ ਵਾ ਚੈਰੀਟੇਬਲ ਆਰਗੇਨਾਈਜੇਸ਼ਨਸ, ਇੱਕ ਹੈਗੀਆਂ ਐਕਚੁਅਲ ਜਿਹੜੀਆਂ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਨੇ. ਇਹਨਾਂ ਦੋਨਾਂ 'ਚ ਡਿਫਰੈਂਸ ਕੀ ਆ? ਥੋੜ੍ਹਾ ਜਿਹਾ ਲੀਗਲ ਡਿਫਰੈਂਸ ਹੈ, ਥੋੜ੍ਹਾ ਜਿਹਾ ਟੈਕਸ ਪਰਪਸਿਸ ਵੱਲੋਂ CRA ਦਾ ਡਿਫਰੈਂਸ ਵੀ ਹੈ. ਜਿਨ੍ਹਾਂ ਨੂੰ ਆਪਾਂ ਚੈਰੀਟੇਬਲ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ. ਚੈਰੀਟੇਬਲ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਲੌਜਿਕਲੀ ਸਮਝਦੇ ਹਾਂ, ਜਿੱਦਾਂ ਆਪਣੇ ਰਿਲੀਜੀਅਸ ਇੰਸਟੀਟਿਊਸ਼ਨਸ ਹੋ ਗਈਆਂ ਜਾਂ ਆਪਣੇ ਕੋਈ ਕੋਈ ਸੁਸਾਇਟੀਜ਼ ਹੋ ਗਈਆਂ ਜਿਹੜੀਆਂ ਪਾਵਰਟੀ ਨੂੰ ਫਾਈਟ ਕਰਨ ਲਈ ਕੰਮ ਕਰਦੀਆਂ. ਐਨੀਮਲ ਸੁਸਾਇਟੀਜ਼ ਹੋ ਗਈਆਂ. ਔਰ ਬੇਸਿਕਲੀ ਉਹ ਨੇ ਜਿਹੜੀਆਂ ਆਪਣੇ ਫੰਡ ਰੇਜ਼ ਕਰਕੇ ਸੇਵਾ ਦਾ ਕੰਮ ਕਰਦੇ ਨੇ. ਹਾਂਜੀ, ਜਿਨ੍ਹਾਂ ਦੀ ਡੋਨਰਸ ਨੇ ਅਤੇ ਉਹ ਅੱਗੇ ਡੋਨੇਸ਼ਨਸ ਯੂਜ਼ ਕਰਕੇ ਆਪਣੇ ਵੇਰੀਅਸ ਚੀਜ਼ਾਂ ਲਈ ਉਹ ਪ੍ਰੋਗਰਾਮਸ ਲਈ ਉਹ ਫੰਡ ਕਰਦੀਆਂ ਨੇ. ਆਪ ਹੀ ਫੰਡ ਰੇਜ਼ ਕਰਦੇ ਨੇ ਅਤੇ ਆਪ ਹੀ ਉਹ ਮਤਲਬ ਕੋਈ ਸੇਵਾ ਅਲੱਗ-ਅਲੱਗ ਚੀਜ਼ਾਂ ਲਈ, ਖਾਣ ਪੀਣ ਲਈ ਜਾਂ ਜਿਹੜੀ ਵੀ ਜਿੱਥੇ ਵੀ ਜ਼ਰੂਰਤ ਹੈ ਉਸ ਚੀਜ਼ ਲਈ ਯੂਜ਼ ਕਰਦੇ ਨੇ. ਚੈਰਿਟੀਜ਼ ਵੀ ਦੋ ਤਰੀਕੇ ਦੀਆਂ ਨੇ. ਇੱਕ ਆਪਾਂ ਆਮ ਤੌਰ 'ਤੇ ਵਰਡ ਸੁਣਿਆ ਰਜਿਸਟਰਡ ਚੈਰਿਟੀਜ਼. ਰਜਿਸਟਰਡ ਚੈਰਿਟੀਜ਼ ਦਾ ਮਤਲਬ ਆ ਕਿ ਉਹ CRA ਦੇ ਨਾਲ ਰਜਿਸਟਰਡ ਨੇ. ਉਹਨਾਂ ਨੂੰ CRA ਵੱਲੋਂ ਟੈਕਸ ਬੈਨੀਫਿਟ ਦਾ ਇੱਕ ਨੰਬਰ ਦਿੱਤਾ ਜਾਂਦਾ. ਸੋ ਜੇ ਆਪਾਂ ਕਿਸੇ ਰਜਿਸਟਰਡ ਚੈਰਿਟੀ ਨੂੰ ਫੋਰ ਐਗਜ਼ਾਮਪਲ ਡੋਨੇਟ ਕਰਦੇ ਹਾਂ ਤਾਂ ਆਪਾਂ ਨੂੰ ਉਹ ਟੈਕਸ ਰਿਸੀਟ ਦਿੰਦੇ ਆ, ਜੋ ਕਿ ਆਪਾਂ ਜਾ ਕੇ ਫਿਰ ਆਪਾਂ ਜਦੋਂ ਐਨੂਅਲ ਆਪਣਾ ਪਰਸਨਲ ਟੈਕਸ ਫਾਈਲ ਕਰਦੇ ਹਾਂ ਉਹ 'ਚ ਆਪਾਂ ਰਿਫੰਡ ਉਸ ਦੇ ਇਕੁਇਵਲੈਂਟ ਲੈ ਸਕਦੇ ਹਾਂ. ਸੋ ਉਹ ਰਜਿਸਟਰਡ ਚੈਰਿਟੀਜ਼ ਨੇ. ਅਤੇ ਅਨਰਜਿਸਟਰਡ ਚੈਰਿਟੀਜ਼ ਨੇ ਜਿਨ੍ਹਾਂ ਨੂੰ ਉਹ ਟੈਕਸ ਨੰਬਰ CRA ਵੱਲੋਂ ਨਹੀਂ ਮਿਲਿਆ ਹੋਇਆ. ਬਾਏ ਐਂਡ ਲਾਰਜ ਕੰਮ ਉਹ ਉਹੀ ਕਰਦੀਆਂ, ਬਟ ਉਹਨਾਂ ਦੀ ਵਿਜ਼ਿਬਿਲਿਟੀ ਇੰਨੀ ਜ਼ਿਆਦਾ ਨਹੀਂ ਹੈ. ਆਪਾਂ ਨੂੰ ਨਹੀਂ ਪਤਾ ਵੀ ਉਹ ਕਿਸ ਤਰ੍ਹਾਂ ਦਾ ਕੰਮ ਕਰ ਰਹੀਆਂ ਨੇ. ਆਈ ਥਿੰਕ ਰਜਿਸਟਰਡ ਚੈਰਿਟੀਜ਼ ਆਪਾਂ ਇਹ ਸਮਝ ਸਕਦੇ ਹਾਂ ਕਿ ਉਹਨਾਂ ਦੀ ਥੋੜ੍ਹੀ ਬਹੁਤ ਹਾਇਰ ਲੈਵਲ ਆਫ ਟਰਾਂਸਪੇਰੈਂਸੀ ਹੈ. ਉਹ ਇਸ ਕਰਕੇ ਕਿਉਂਕਿ ਜਿਹੜਾ CRA ਦੇ ਉਹ ਟੈਕਸ ਫਾਰਮਸ ਫਾਈਲ ਕਰਦੇ ਨੇ, T3010 ਕਹਿੰਦੇ ਆ ਉਹਨੂੰ. ਉਹਦੇ 'ਚ ਕਾਫੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਆਪਣੇ ਐਡਮਿਨਿਸਟ੍ਰੇਸ਼ਨ ਲਈ ਜਾਂ ਆਪਣੇ ਖਰਚੇ ਪਾਣੀ ਲਈ ਕਿੰਨਾ ਪੈਸਾ ਸਪੈਂਡ ਕਰ ਰਹੇ ਹੋ, ਕਿੰਨਾ ਤੁਸੀਂ ਐਕਚੁਅਲ ਡੋਨੇਸ਼ਨਸ 'ਚ ਅੱਗੇ ਦੇ ਰਹੇ ਹੋ, ਆਪਣੇ ਜਿਹੜੇ ਚੈਰੀਟੇਬਲ ਕਾਜ਼ਸ ਨੇ ਉਹਨਾਂ ਵਾਸਤੇ ਕਿੰਨੇ ਪੈਸੇ ਸਪੈਂਡ ਕਰ ਰਹੇ ਹੋ. ਉਹ ਸਾਰੀਆਂ ਚੀਜ਼ਾਂ ਉਹ 'ਚ ਡੀਟੇਲਡ ਹੁੰਦੀਆਂ. ਸੋ ਅੱਜ ਕੈਨੇਡਾ ਦੇ ਵਿੱਚ 86,000 ਰਜਿਸਟਰਡ ਚੈਰਿਟੀਜ਼ ਨੇ ਅਕੋਰਡਿੰਗ ਟੂ ਦ CRA. ਓਕੇ. ਆਲਮੋਸਟ 4,500 ਅਨਰਜਿਸਟਰਡ ਚੈਰਿਟੀਜ਼ ਵੀ ਨੇ. ਹੁਣ ਦੂਜੇ ਪਾਸੇ ਚੱਲ ਜਾਈਏ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ. ਕੈਨੇਡਾ ਦੇ ਵਿੱਚ 80,000 ਤੋਂ ਆਲਮੋਸਟ 1 ਲੱਖ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਨੇ. ਇਹਨਾਂ 'ਚ ਟਰਾਂਸਪੇਰੈਂਸੀ ਆਲਮੋਸਟ ਨੈਗਲੀਜੀਬਲ ਵਾ. ਉਹ ਡਿਪੈਂਡ ਕਰਦਾ ਵਾ ਕਿ ਉਹ ਕਿਸ ਸਟਰਕਚਰ 'ਚ ਬਣੀ ਹੋਈ ਆਰਗੇਨਾਈਜੇਸ਼ਨ ਹੈ, ਕਿਉਂਕਿ ਉਹਨਾਂ ਦੀ
ਕੁਝ ਜਿਹੜੀ ਸਟਰਕਚਰ ਹੈ, ਕੁਝ ਐਲੀਮੈਂਟਸ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਦੇ, ਉਹ ਚੈਰਿਟੀ ਵਾਸਤੇ ਹੋ ਸਕਦੇ ਨੇ। ਜਿੰਨਾ ਕੁ ਤਾਂ ਚੈਰਿਟੀ ਵਾਸਤੇ ਹੈ ਉਹ ਰਜਿਸਟਰਡ ਹੋ ਸਕਦੇ ਨੇ CRA ਨਾਲ। ਸੋ ਉਨੀ ਇੱਕ ਛੋਟੀ ਜਿਹੀ ਵਿਜ਼ਿਬਿਲਿਟੀ ਹੈ। ਬਾਕੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਕਿੱਦਾਂ ਰਨ ਕਰਦੀ ਆ, ਉਹ ਇੱਕ ਤਰ੍ਹਾਂ ਇੱਕ ਪ੍ਰਾਈਵੇਟ ਐਂਟਰਪ੍ਰਾਈਜ਼ ਵਾਂਗੂ ਹੈ। ਸੋ ਬੇਸਿਕਲੀ ਇਸ ਸੈਕਟਰ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਫੰਡਿੰਗ ਇੰਸਟੀਟਿਊਸ਼ਨਲ ਫੰਡਿੰਗ ਹੈ, ਸਰਕਾਰੀ ਜਾਂ ਹੋਰ ਲੈਵਲ ਮੋਸਟਲੀ, ਕਿਉਂਕਿ ਇਹਨਾਂ ਨੂੰ ਗ੍ਰਾਂਟਸ ਮਿਲਦੇ ਆ, ਪਬਲਿਕ ਗ੍ਰਾਂਟਸ ਮਿਲਦੇ ਆ। ਜਿਵੇਂ ਯੂਨੀਵਰਸਿਟੀਜ਼ ਹੋ ਗਈਆਂ, ਸਭ ਤੋਂ ਵੱਡਾ ਐਗਜ਼ਾਮਪਲ ਹੈਗਾ ਜਿਵੇਂ ਮਾਰਸ ਡਿਸਕਵਰੀ ਡਿਸਟ੍ਰਿਕਟ ਹੈ ਆਪਣੇ ਡਾਊਨਟਾਊਨ ਟੋਰਾਂਟੋ 'ਚ। ਆਪਾਂ ਨੂੰ ਕਾਫੀ ਉਹਨੂੰ ਪਤਾ ਹੋਊਗਾ ਕਿ ਉਹਨਾਂ ਦਾ ਮੈਂਡੇਟ ਮੋਸਟਲੀ ਸਾਇੰਸ ਨੂੰ ਫਰਦਰ ਕਰਨਾ ਹੈ, ਸਟਾਰਟਅਪਸ ਨੂੰ ਇਨਕਰੇਜ ਕਰਨਾ ਹੈ। ਮੋਸਟਲੀ ਮੈਡੀਕਲ ਫੀਲਡ ਦੇ ਵਿੱਚ, ਬਾਇਓਮੈਡੀਕਲ ਫੀਲਡ 'ਚ ਉਹ ਕਰਦੇ ਨੇ ਕੰਮ। ਉਹ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਉਹਦੀਆਂ ਅੱਗੇ ਕਾਫੀ ਸਬਸਿਡੀਅਰੀਜ਼ ਨੇ ਜਿਨ੍ਹਾਂ 'ਚੋਂ ਕੁਛ ਚੈਰਿਟੀ ਵੀ ਕਦੀ ਹੋ ਸਕਦੀ ਆ ਜਾਂ ਕੁਛ ਫॉर ਪ੍ਰੋਫਿਟ ਵੀ ਹੋ ਸਕਦੀ ਆ, ਜਿਹਦਾ ਕੰਮ ਉਹ ਆਪਾਂ ਥੋੜ੍ਹਾ ਡਿਟੇਲ 'ਚ ਬਾਅਦ 'ਚ ਜਾਵਾਂਗੇ ਕਿ ਕਿੱਦਾਂ ਚੱਲਦਾ। ਬਟ ਇਹਨਾਂ ਦੇ ਕੰਪਲੈਕਸ ਹੁੰਦੇ ਆ ਸਟਰਕਚਰ ਬਹੁਤ। ਜਾਂ ਛੋਟੇ ਲੈਵਲ 'ਤੇ ਆਪਣੀਆਂ ਕਮਿਊਨਿਟੀ ਜਿਹੜੀਆਂ ਸੰਸਥਾਵਾਂ ਨੇ, ਮੇਰੇ ਖਿਆਲ ਜਿਵੇਂ ਸੈਟਲਮੈਂਟ ਏਜੰਸੀਜ਼ ਨੇ ਜਾਂ ਕੋਈ ਕਮਿਊਨਿਟੀ ਹੈਲਥ 'ਚ ਕੰਮ ਕਰਨ ਵਾਲੀਆਂ ਸੰਸਥਾਵਾਂ, ਉਹ ਵੀ ਸਾਰੀਆਂ ਨਾਟ ਫॉर ਪ੍ਰੋਫਿਟ। ਐਂਡ ਉਹਨਾਂ ਨੂੰ ਪਬਲਿਕ ਫੰਡਿੰਗ ਰਿਸੀਵ ਹੁੰਦੀ ਹੈ ਗ੍ਰਾਂਟਸ ਵੱਲੋਂ, ਕਿਉਂਕਿ ਆਪਣੇ ਫੈਡਰਲ ਬਜਟ ਦਾ ਅਤੇ ਪ੍ਰੋਵਿੰਸ਼ੀਅਲ ਬਜਟ ਦਾ ਕਾਫੀ ਹਿੱਸਾ ਆਪਾਂ ਗ੍ਰਾਂਟਸ ਲਈ ਐਲੋਕੇਟ ਕਰਦੇ ਹਾਂ। ਗ੍ਰਾਂਟਸ ਦੇ ਮਲਟੀਪਲ ਪਰਪਸਿਸ ਹੁੰਦੇ ਆ। ਸਾਇੰਸ ਨੂੰ ਫਰਦਰ ਕਰਨਾ, ਹੁਣ ਜਿਵੇਂ ਆਪਣੀ ਜਿਹੜੀ ਮਿਨਿਸਟਰੀ ਆਫ ਇਨੋਵੇਸ਼ਨ ਐਂਡ ਰਿਸਰਚ ਹੈ, ਜੋ ਕਿ ਪਹਿਲਾਂ ਆਪਣੀ ਰਿਸਰਚ ਆਪਣੀ ਬੜੀ ਕਾਲ ਟੈਕਨੀਕਲ ਮਿਨਿਸਟਰੀ ਹੁੰਦੀ ਸੀ, ਉਹ ਹੁਣ ਫੰਡਿੰਗ ਦੇ ਰਹੀ ਹੈ, ਗ੍ਰਾਂਟਸ ਦੇ ਰਹੀ ਹੈ ਡਿਫਰੈਂਟ ਆਰਗੇਨਾਈਜੇਸ਼ਨਸ ਨੂੰ, ਜਿਨ੍ਹਾਂ 'ਚੋਂ ਨਾਟ ਫॉर ਪ੍ਰੋਫਿਟ ਬਹੁਤ ਵੱਡਾ ਪਰਸੈਂਟੇਜ ਹੈ। ਸੋ ਉਹ ਪਬਲਿਕਲੀ ਫੰਡਿੰਗ, ਉਹ ਟੈਕਸ ਪੇਅਰਸ ਮਨੀ ਉੱਥੇ ਆ ਰਿਹਾ। ਸੋ ਬੇਸਿਕਲੀ ਜਿਹੜਾ ਨਾਟ ਫॉर ਪ੍ਰੋਫਿਟ ਸੈਕਟਰ ਹੈ, ਤਕਰੀਬਨ ਇਹਦਾ ਕਿੰਨਾ ਕੁ ਵੱਡਾ ਹਿੱਸਾ ਜਿਹੜਾ ਟੈਕਸ ਪੇਅਰ ਦੇ ਪੈਸੇ 'ਚੋਂ ਗ੍ਰਾਂਟਸ ਦੇ ਰੂਪ 'ਚ ਆਉਂਦਾ? ਆਪਾਂ ਇੱਕ ਸਟੈਪ ਥੋੜ੍ਹਾ ਜਿਹਾ ਪਿੱਛੇ ਚੱਲੀਏ ਤਾਂ ਆਪਾਂ ਦੇਖੀਏ ਵੀ ਆਪਾਂ ਹੈ ਕਿੱਥੇ ਇੰਟਰਨੈਸ਼ਨਲੀ। ਇਸ ਨਾਟ ਫॉर ਪ੍ਰੋਫਿਟ ਮੈਂ ਬਲੈਂਕੇਟ ਟਰਮ ਯੂਜ਼ ਕਰੂੰਗੀ ਇਹਦੇ ਵਿੱਚ। ਆਪਾਂ ਆਪਣੀ ਐਨੂਅਲ GDP ਦੇ ਹਿਸਾਬ ਨਾਲ ਆਪਾਂ 3rd ਨੰਬਰ 'ਤੇ ਆਉਂਦੇ ਹਾਂ ਵਰਲਡ 'ਚ। ਅੱਛਾ, ਨਾਟ ਫॉर ਪ੍ਰੋਫਿਟ ਸੈਕਟਰ ਦੇ ਵਿੱਚ। ਓਕੇ। ਸੋ ਫਰਸਟ ਨੰਬਰ ਹੈਗਾ ਵਾ ਯੂਨਾਈਟਿਡ ਸਟੇਟਸ ਦਾ, ਦੈਟ ਐਲੋਕੇਟਸ ਅਰਾਊਂਡ 1.77% ਆਫ ਦੇਅਰ ਟੋਟਲ GDP ਇਨ ਨਾਟ ਫॉर ਪ੍ਰੋਫਿਟ। ਦੂਸਰੇ ਨੰਬਰ 'ਤੇ ਆਸਟ੍ਰੇਲੀਆ ਹੈ, ਤੀਸਰੇ ਨੰਬਰ 'ਤੇ ਕੈਨੇਡਾ ਹੈ। ਅਤੇ ਆਸਟ੍ਰੇਲੀਆ ਕੈਨੇਡਾ ਜ਼ਿਆਦਾ ਫਰਕ ਨਹੀਂ ਹੈ, ਇਟਸ ਅਬਾਊਟ 0.2% ਦਾ ਫਰਕ ਹੈ। ਸੋ ਆਪਾਂ ਬਹੁਤ ਹਾਈ ਰੈਂਕਿੰਗ ਆ ਨਾਟ ਫॉर ਪ੍ਰੋਫਿਟ ਸੈਕਟਰ 'ਚ ਫੰਡਿੰਗ ਐਲੋਕੇਟ ਕਰਨ ਵਾਸਤੇ ਜਾਂ ਸਪੈਂਡਿੰਗ ਕਰਨ ਵਾਸਤੇ ਆਪਣੀ GDP ਦੇ ਹਿਸਾਬ ਨਾਲ। ਇੱਕ ਹੋਰ ਤੁਹਾਨੂੰ ਇੰਟਰਸਟਿੰਗ ਫਿਗਰ ਤੁਹਾਡੇ ਨਾਲ ਸ਼ੇਅਰ ਕਰੂੰਗੀ। ਜਿਹੜੀ ਆਪਣੀ ਟੌਪ ਇੰਡਸਟਰੀਜ਼ ਨੇ ਕੈਨੇਡਾ 'ਚ, ਰੀਅਲ ਇਸਟੇਟ, ਲੀਸਿੰਗ, ਰੈਂਟਲ, ਉਹ ਟੋਟਲ ਉਹਦੀ GDP ਨੂੰ ਕੰਟਰੀਬਿਊਸ਼ਨ ਜਾਂ ਸਪੈਂਡਿੰਗ ਕਹਿ ਲਓ ਇਜ਼ 13%। ਨਾਟ ਫॉर ਪ੍ਰੋਫਿਟ ਦੀ 17.2% ਹੈ। ਇਟ ਇਜ਼ ਹਾਇਰ ਐਂਡ ਇਟ ਇਜ਼ ਬਿਗਰ ਦੈਨ ਦ ਰੀਅਲ ਇਸਟੇਟ, ਲੀਸਿੰਗ ਐਂਡ ਰੈਂਟਲ ਮਾਰਕੀਟ ਇਨ ਕੈਨੇਡਾ। ਇੰਨਾ ਪੈਸਾ ਇਹ 'ਚ ਇਨਵੋਲਵ ਹੈ। ਹਾਂਜੀ, ਇਟਸ ਦ ਬਜਟ, ਦ ਸਪੈਂਡਿੰਗ ਇਜ਼ ਓਵਰ $16.5 billion ਐਨੂਅਲੀ। 16.5 ਬਿਲੀਅਨ ਐਨੂਅਲੀ ਨਾਟ ਫॉर ਪ੍ਰੋਫਿਟ ਜਾਂਦਾ। ਹਾਂਜੀ, ਨਾਟ ਫॉर ਪ੍ਰੋਫਿਟ। ਇਹ ਸਾਰਾ ਟੋਟਲ ਮਿਲਾ ਕੇ ਹੈ, ਫੈਡਰਲ, ਪ੍ਰੋਵਿੰਸ਼ੀਅਲ ਐਂਡ ਲੋਕਲ, ਸਾਰਾ ਕੈਨੇਡਾ ਵਾਈਡ। ਓਕੇ, ਹਾਂਜੀ। ਸੋ ਇਹਦੇ ਵਿੱਚੋਂ ਬਹੁਤ ਆਲਮੋਸਟ $4 billion ਆਪਾਂ ਫੰਡ ਕਰਦੇ ਹਾਂ ਟੈਕਸ ਪੇਅਰ ਮਨੀ 'ਚੋਂ। ਬਾਕੀ ਡਿਫਰੈਂਟ ਤਰੀਕੇ ਤੋਂ ਆਉਂਦਾ, ਈਦਰ ਫੰਡਿੰਗ ਰੇਜ਼ਡ ਬਾਏ ਫਿਲਾਂਥਰਪੀ, ਆਪਣੇ ਸੁਸਾਇਟੀ 'ਚ ਜਿਹੜੇ ਫਿਲਾਂਥਰਪਿਸਟ ਨੇ ਉਹ ਡੋਨੇਟ ਕਰਦੇ ਨੇ, ਜਾਂ ਇੰਟਰਨੈਸ਼ਨਲ ਡੋਨੇਸ਼ਨਸ ਆਉਂਦੀਆਂ ਨੇ। ਕੁਛ ਆਰਗੇਨਾਈਜੇਸ਼ਨ ਜਿਹੜੀਆਂ ਇੰਟਰਨੈਸ਼ਨਲ ਨੇ, ਜਿੱਦਾਂ ਕਿ ਵਿਜ਼ਨ ਕੇਅਰ ਕੈਨੇਡਾ ਹੋ ਗਈ ਜਾਂ ਪਲਾਨ ਕੈਨੇਡਾ ਹੋ ਗਈ, ਇਹ ਸਾਰੀਆਂ ਆਰਗੇਨਾਈਜੇਸ਼ਨ ਗਲੋਬਲ ਆਰਗੇਨਾਈਜੇਸ਼ਨਸ ਦੇ ਪਾਰਟ ਨੇ। ਸੋ ਫੰਡਿੰਗ ਥੋੜ੍ਹੀ ਉੱਧਰੋਂ ਇੰਟਰਨੈਸ਼ਨਲ ਜਿਹੜੀਆਂ ਇਹਨਾਂ ਦੀਆਂ ਪੈਰੈਂਟ ਕੰਪਨੀਜ਼ ਨੇ ਉਹਨਾਂ ਵੱਲੋਂ ਵੀ ਆਉਂਦੀ ਆ। ਸੋ ਅਗਰ ਆਪਾਂ ਇਹਨੂੰ ਸਮ ਅਪ ਕਰੀਏ ਤਾਂ ਆਪਣੀ ਜਿਹੜੀ ਟੈਕਸ ਪੇਅਰ ਮਨੀ ਦਾ ਸਿਗਨੀਫਿਕੈਂਟ ਪੋਰਸ਼ਨ ਐਨੂਅਲੀ ਆਪਣੇ ਫੈਡਰਲ ਬਜਟਸ ਅਤੇ ਪ੍ਰੋਵਿੰਸ਼ੀਅਲ ਬਜਟਸ 'ਚ ਐਲੋਕੇਟ ਕੀਤਾ ਜਾਂਦਾ ਵਾ ਨਾਟ ਫॉर ਪ੍ਰੋਫਿਟ ਦੇ ਗ੍ਰਾਂਟਸ ਵਾਸਤੇ ਅਤੇ ਉਹਨਾਂ ਦੀ ਵੇਰੀਅਸ ਪ੍ਰਮੋਸ਼ਨਲ ਐਕਟੀਵਿਟੀਜ਼ ਵਾਸਤੇ। ਸਾਰੇ ਜਿਹੜੇ ਉਹਨਾਂ ਨੇ ਆਪਣੇ ਪ੍ਰਪੋਜ਼ਲਸ ਕੀਤੇ ਆ, ਵੀ ਜਿਵੇਂ ਕੋਈ ਯੂਨੀਵਰਸਿਟੀ ਹੈ ਫੋਰ ਐਗਜ਼ਾਮਪਲ, ਉਹਨਾਂ ਨੂੰ ਕੋਈ ਗ੍ਰਾਂਟ ਮਿਲੀ ਹੈ ਕਿ ਤੁਸੀਂ ਆਈ ਐਮ ਜਸਟ ਗਿਵਿੰਗ ਐਨ ਐਗਜ਼ਾਮਪਲ, ਸਾਊਥ ਏਸ਼ੀਅਨ ਕਮਿਊਨਿਟੀ ਵਾਸਤੇ ਤੁਸੀਂ ਕੋਈ ਡਿਪਾਰਟਮੈਂਟ ਕ੍ਰੀਏਟ ਕਰਨਾ ਹੈ ਫੋਰ ਐਗਜ਼ਾਮਪਲ, ਉਹਦੀ ਜਿਹੜੀ ਉਹਨਾਂ ਨੂੰ ਗ੍ਰਾਂਟ ਮਿਲੀ ਹੈ ਉਹ ਟੈਕਸ ਪੇਅਰਸ ਨੇ ਫੰਡ ਕੀਤੀ ਹੈ। ਹੁਣ ਉਹਦੀ ਫੰਡਿੰਗ ਦੀ ਐਲੋਕੇਸ਼ਨ ਕਿਸ ਤਰ੍ਹਾਂ ਹੋ ਰਹੀ ਆ, that is 100% in the control of that university। ਉਹਨਾਂ ਦਾ ਜਿਹੜਾ ਬੋਰਡ ਹੈ ਉਹ ਡਿਸਾਈਡ ਕਰੇਗਾ ਕਿ ਉਹ ਜਿਹੜੀ ਫੰਡਿੰਗ ਮਿਲੀ ਹੈ ਕਿਸ ਤਰ੍ਹਾਂ ਐਲੋਕੇਟ ਹੋਣੀ ਹੈ। ਉਹ ਜਿਹੜਾ ਬੋਰਡ ਹੈ ਦੈਟ ਇਜ਼ ਉਹਨਾਂ ਦੀ ਗਵਰਨੈਂਸ ਬੋਡੀ ਜੋ ਹੈ ਉਹਨਾਂ ਦੇ ਚਾਰਟਰ ਅਤੇ ਬਾਇਲਾਅ ਦੇ ਹਿਸਾਬ ਨਾਲ ਹੈ, ਅਤੇ ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਦੀ ਜਿਹੜੀ ਚੋਣ ਹੈ ਉਹ ਵੀ ਯੂਨੀਵਰਸਿਟੀ ਦੇ ਮੈਂਡੇਟ ਦੇ ਹਿਸਾਬ ਨਾਲ ਹੁੰਦੀ ਹੈ। ਸੋ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਫੰਡਿੰਗ ਪ੍ਰਾਈਵੇਟ
ਸੈਕਟਰ ਵਾਂਗੂ ਕਹਿ ਸਕਦੇ ਹਾਂ ਵੀ ਹੋ ਰਹੀ ਹੈ ਪਬਲਿਕ ਫੰਡਿੰਗ 'ਚੋਂ, ਪਰ ਉਹਦੀ ਜਿਹੜੀ ਗਵਰਨੈਂਸ ਹੈ, ਕੰਟਰੋਲ ਹੈ, ਉਹ ਇੰਡੀਪੈਂਡੈਂਟ ਹੈ। ਉਹ ਇੱਕ ਕਿਸਮ ਦਾ ਪ੍ਰਾਈਵੇਟ ਹੈ, ਇਹ ਕਹਿ ਸਕਦੇ ਹਾਂਜੀ, ਇੱਕ ਤਰ੍ਹਾਂ ਦੀ ਪ੍ਰਾਈਵੇਟ ਹੈ। ਉਹਨਾਂ ਦੇ ਕੋਲ ਆਈ ਵੋਂਟ ਬੀ ਸ਼ਾਈ ਟੂ ਸੇ ਕਿ ਅਨਫੈਟਰਡ ਡਿਸਕ੍ਰੈਸ਼ਨ ਹੈ ਵੀ ਉਹ ਕਿਸ ਤਰ੍ਹਾਂ ਯੂਜ਼ ਕਰਨ। ਅਤੇ ਮੀਨਾਕਸ਼ੀ ਜੀ, ਤੁਸੀਂ ਇੱਕ ਓਵਰਵਿਊ ਪੇਸ਼ ਕੀਤਾ ਸਾਡੇ ਨਾਲ ਹੁਣ ਤੱਕ, ਅਤੇ ਇਹ ਜਿਹੜਾ ਸੈਕਟਰ ਹੈ ਹੁਣ ਪੈਸਾ ਇਹਦੇ 'ਚ ਕਾਫੀ ਜਾ ਰਿਹਾ, ਅਤੇ ਔਰ ਥਿਓਰੈਟੀਕਲੀ ਦੇਖੀਏ ਤਾਂ ਬਹੁਤ ਅੱਛੇ ਕਾਜ਼ਸ ਨੇ ਇਹ ਜਿਨ੍ਹਾਂ ਵਾਸਤੇ ਜਾ ਰਿਹਾ, ਔਰ ਉਹਦੀ ਲੋੜ ਵੀ ਹੈ, ਉਹਦੀ ਰੈਲੇਵੈਂਸ ਵੀ ਹੈ। ਪਰ ਕੀ ਵਾਕਈ ਹੀ ਇਹ ਪੈਸਾ ਸੱਚੀ ਮੁੱਚੀ ਉਸੇ ਤਰ੍ਹਾਂ ਯੂਟੀਲਾਈਜ਼ ਹੁੰਦਾ ਜਿਹੜੀ ਇਹਦੀ ਸਪਿਰਿਟ ਹੈ, ਕਿ ਜਾਂ ਫਿਰ ਇਹ ਕੁਛ ਲੋਕਾਂ ਲਈ ਖਰਚੇ ਕਰਨ ਦਾ ਇੱਕ ਟੂਲ ਬਣਿਆ ਹੋਇਆ ਆਪਣੇ ਪਰਸਨਲ ਬੈਨੀਫਿਟ ਲਈ? ਦੋਨੋਂ ਚੀਜ਼ਾਂ ਨੇ ਸ਼ਮੀਲ ਜੀ, ਬਹੁਤ ਜ਼ਰੂਰੀ ਕੁਐਸਚਨ ਹੈ ਇਹ। ਜਿੱਥੇ ਤਾਂ ਪਬਲਿਕ ਓਵਰਸਾਈਟ ਜ਼ਰੂਰੀ ਹੈ, ਜਿਵੇਂ ਫੋਰ ਐਗਜ਼ਾਮਪਲ ਹੁਣ ਮੈਂ ਮਾਰਸ ਡਿਸਕਵਰੀ ਡਿਸਟ੍ਰਿਕਟ ਦੀ ਹੀ ਐਗਜ਼ਾਮਪਲ ਲਊਂਗੀ। 2014 ਦੇ ਵਿੱਚ ਆਡੀਟਰ ਜਨਰਲ ਆਫ ਓਨਟਾਰੀਓ ਨੇ ਇੱਕ ਇਮੀਡੀਏਟ ਪ੍ਰੈਸ ਰਿਲੀਜ਼ ਕਰਕੇ ਉਹਨਾਂ ਨੇ ਇੱਕ ਡਾਕੂਮੈਂਟ ਰਿਲੀਜ਼ ਕੀਤਾ ਸੀ, ਜਿਹ 'ਚ ਉਹਨਾਂ ਨੇ ਇਹ ਅਨਾਊਂਸ ਕੀਤਾ ਜਾਂ ਇਹ ਸ਼ੇਅਰ ਕੀਤਾ ਵੀ ਮਾਰਸ ਡਿਸਕਵਰੀ ਡਿਸਟ੍ਰਿਕਟ ਨੂੰ ਇਨਫਰਾਸਟਰਕਚਰ ਓਨਟਾਰੀਓ, ਜੋ ਕਿ ਆਪਣਾ ਪ੍ਰੋਵਿੰਸ਼ੀਅਲ ਮਿਨਿਸਟਰੀ ਹੈ, ਜੋ ਕਿ ਵੇਰੀਅਸ ਇਨਫਰਾਸਟਰਕਚਰ ਐਂਡ ਡਿਵੈਲਪਮੈਂਟ ਰਿਲੇਟਡ ਕੰਮ ਕਰਦਾ ਹੈ ਓਨਟਾਰੀਓ 'ਚ, ਉਹਨਾਂ ਨੇ ਮਾਰਸ ਡਿਸਕਵਰੀ ਨੂੰ ਇੱਕ ਲੋਨ ਦਿੱਤਾ ਸੀ ਆਲਮੋਸਟ $250 ਮਿਲੀਅਨ ਦਾ। ਉਹਦੀ ਇੱਕ ਕੋਈ ਬਿਲਡਿੰਗ ਬਣਾਉਣ ਵਾਸਤੇ, ਵੈਸਟ ਵਿੰਗ ਉਹਨੂੰ ਕਹਿੰਦੇ, ਵੈਸਟ ਟਾਵਰ ਕਹਿੰਦੇ ਆ, ਹੁਣ ਬਣ ਗਿਆ ਉਹ। ਅਤੇ ਉਹ ਲੋਨ ਮਤਲਬ ਡਾਇਰੈਕਟਲੀ ਮਾਰਸ ਡਿਸਕਵਰੀ ਨੂੰ ਨਹੀਂ ਦਿੱਤਾ ਸੀ, ਉਹਦੀ ਇੱਕ ਸਬਸਿਡੀਅਰੀ ਜੋ ਕਿ ਫੋਰ ਪ੍ਰੋਫਿਟ ਹੈ ਉਹਨੂੰ ਦਿੱਤਾ ਸੀ। ਉਹਨਾਂ ਨੇ ਅੱਗੇ ਕਾਂਟਰੈਕਟ ਕੀਤਾ ਸੀਗਾ ਇੱਕ ਪ੍ਰਾਈਵੇਟ ਡਿਵੈਲਪਰ ਨਾਲ, ਐਂਡ ਇਹ ਲੋਨ ਤਾਂ ਹੀ ਦਿੱਤਾ ਜਾ ਸਕਦਾ ਸੀ ਜਦੋਂ ਉਹਨਾਂ ਨੇ ਰੈਗੂਲੇਟਰੀ ਅਮੈਂਡਮੈਂਟ ਯਾਨੀ ਲਾਅ 'ਚ ਚੇਂਜ ਕੀਤੀ ਸਪੈਸੀਫਿਕਲੀ ਇਸ ਕਾਜ਼ ਵਾਸਤੇ। ਸੋ ਯਾਨੀ ਕਿ ਤੁਸੀਂ ਬਹੁਤ ਵੱਡਾ ਕੰਸੈਸ਼ਨ ਦੇ ਰਹੇ ਹੋ ਇਸ ਆਰਗੇਨਾਈਜੇਸ਼ਨ ਨੂੰ, ਕਿਸੇ ਮੀਨਸ ਵਾਸਤੇ ਵੀ ਇਹ ਫੰਡਿੰਗ ਜਿਹੜੀ ਜਾ ਰਹੀ ਹੈ ਇੰਨੀ ਵੱਡੀ ਪਬਲਿਕ ਫੰਡਿੰਗ, ਉਹ ਕਿਸੇ ਕੰਮ ਵਾਸਤੇ ਹੋਊਗੀ। ਬਟ ਆਡੀਟਰ ਜਰਨਲ ਦੀ ਇਹ ਰਿਪੋਰਟ ਇਸ ਲਈ ਆਈ ਕਿ ਆਲਮੋਸਟ $216 ਮਿਲੀਅਨ ਅਪ ਅੰਟਿਲ ਮਾਰਚ 2014 ਉਹ ਡੈਟ ਬੈਡ ਡੈਟ ਸੀਗਾ, ਨਾਨ ਰਿਕਵਰੇਬਲ ਸੀ। ਯਾਨੀ ਇਨਫਰਾਸਟਰਕਚਰ ਓਨਟਾਰੀਓ ਕੋਲ ਕੋਈ ਤਰੀਕਾ ਨਹੀਂ ਸੀਗਾ, ਜਿਹੜੇ ਉਹਨਾਂ ਨੇ $250 ਮਿਲੀਅਨ ਮਾਰਸ ਦੀ ਸਬਸਿਡਰੀ ਨੂੰ ਦਿੱਤਾ, ਉਹ ਰਿਕਵਰ ਕਰਨ ਦਾ। ਸੋ ਅਗਰ ਉਹ ਰਿਕਵਰ ਨਹੀਂ ਹੁੰਦਾ, ਜੋ ਕਿ ਬਾਅਦ 'ਚੋਂ ਆਫਟਰ ਮੈਨੀ ਈਅਰਸ ਆਫ ਕੰਸੈਸ਼ਨਸ ਉਹ ਹੋ ਗਿਆ, ਯਾਨੀ ਕਿ ਤੁਸੀਂ ਦੇਖੋ ਅਗਰ ਇਹੀ ਕੋਈ ਪ੍ਰਾਈਵੇਟ ਐਂਟਰਪ੍ਰਾਈਜ਼ ਕਿਸੇ ਬੈਂਕ ਕੋਲੋਂ ਲੋਨ ਲੈਂਦੀ ਹੈ ਅਤੇ ਉਹ ਡਿਫਾਲਟ ਕਰਦੀ ਹੈ ਤਾਂ ਕੀ ਹੋਊਗਾ? ਐਸਟ ਸੀਜ਼ ਹੋਣਗੇ ਜਾਂ ਪੈਨਲਟੀਜ਼ ਹੋਣਗੀਆਂ ਐਂਡ ਸੋ ਫੋਰਥ। ਬਟ ਇਸ ਆਰਗੇਨਾਈਜੇਸ਼ਨ ਨੂੰ ਨਹੀਂ ਹੋਇਆ, ਯਾਨੀ ਕਿ ਪਬਲਿਕ ਫੰਡਿੰਗ ਦਾ ਤਾਂ ਘਾਟਾ ਹੋਇਆ। ਉਹ ਪ੍ਰੋਜੈਕਟ ਜਿਹੜਾ 2016 'ਚ ਖਤਮ ਹੋਣਾ ਸੀ, 2018-2019 'ਚ ਜਾ ਕੇ ਖਤਮ ਹੋਇਆ। ਅਗੇਨ ਡਿਵੈਲਪਰ ਨੂੰ ਬਹੁਤ ਕੰਸੈਸ਼ਨਸ ਦਿੱਤੀਆਂ ਗਈਆਂ ਮਿਨਿਸਟਰੀ ਵੱਲੋਂ ਵੀ, ਮਾਰਸ ਵੱਲੋਂ ਵੀ, ਕਿ ਤੁਸੀਂ ਪਲੀਜ਼ ਕਿਸੇ ਤਰੀਕੇ ਇਹ ਖਤਮ ਕਰੋ, ਰਾਈਟ। ਐਂਡ ਇਸ ਤਰ੍ਹਾਂ ਹੀ ਇਨਫਰਾਸਟਰਕਚਰ ਓਨਟਾਰੀਓ ਦੇ ਬਹੁਤ ਫੋਰਗਿਵੇਬਲ ਡੈਟਸ ਸੀਗੇ। ਉਹਨਾਂ ਨੇ ਫਿਰ ਬਾਅਦ 'ਚੋਂ ਇਸ ਰਿਪੋਰਟ ਤੋਂ ਬਾਅਦ 'ਚ, ਆਡੀਟਰ ਜਰਨਲ ਦੀ ਰਿਪੋਰਟ ਤੋਂ ਬਾਅਦ 'ਚ ਇਨਫਰਾਸਟਰਕਚਰ ਓਨਟਾਰੀਓ ਨੇ ਫਿਰ ਇਹਨਾਂ ਲੋਨਸ ਦੀ ਸਿਕਿਉਰਿਟੀ ਮੰਗਣੀ ਸ਼ੁਰੂ ਕੀਤੀ, ਜੋ ਕਿ ਮਤਲਬ ਲੌਜੀਕਲ ਗੱਲ ਹੈ। ਆਪਾਂ ਜਦੋਂ ਬੈਂਕ ਕੋਲ ਜਾਂਦੇ ਹਾਂ ਉਹ ਫ੍ਰੀ 'ਚ ਪੈਸਾ ਨਹੀਂ ਦਿੰਦੇ, ਉਹ ਸਿਕਿਉਰਿਟੀ ਮੰਗਦੇ ਆ। ਇਹਦੇ 'ਚ ਏਜੀ ਨੂੰ ਤਾਂ ਇੰਟਰਫੀਅਰ ਕਰਨ ਦੀ ਜ਼ਰੂਰਤ ਨਹੀਂ ਸੀ, ਹੈ ਨਾ। ਸੋ ਇਹ ਤਾਂ ਕਾਮਨ ਸੈਂਸ ਹੈ ਵੀ, ਇਹ ਤਾਂ ਅਗਰ ਤੁਸੀਂ ਇੰਨਾ ਲੋਨ ਦੇ ਰਹੇ ਹੋ ਐਂਡ ਤੁਹਾਨੂੰ ਪਤਾ ਵਾ ਕਿ ਇਹ ਤੁਸੀਂ ਰੈਗੂਲੇਟਰੀ ਅਮੈਂਡਮੈਂਟ ਕਰਕੇ ਦੇ ਰਹੇ ਹੋ, ਇੰਨਾ ਕੰਸੈਸ਼ਨ ਕਰ ਰਹੇ ਹੋ, ਅਤੇ ਇੱਕ ਸਬਸਿਡਰੀ ਜੋ ਕਿ ਫੋਰ ਪ੍ਰੋਫਿਟ ਹੈ ਉਹਦੇ ਹੱਥਾਂ 'ਚ ਦੇ ਰਹੇ ਹੋ, ਅਤੇ ਅੱਗੇ ਤੁਹਾਨੂੰ ਪਤਾ ਕਿ ਉਹ ਕਿਸੇ ਪ੍ਰਾਈਵੇਟ ਡਿਵੈਲਪਰ ਕੋਲ ਜਾ ਰਹੀ ਹੈ, ਤਾਂ ਤੁਹਾਡੀ ਕੀ ਡਿਊਟੀ ਬਣਦੀ ਹੈ? ਡੋਂਟ ਯੂ ਵਾਂਟ ਟੂ ਸਿਕਿਉਰ ਦੈਟ ਪਬਲਿਕ ਫੰਡਿੰਗ? ਅਤੇ ਉਹ ਬਹੁਤ ਬਾਅਦ 'ਚੋਂ ਜਾ ਕੇ ਉਹਨਾਂ ਨੇ ਸਿਕਿਉਰ ਕੀਤੀ, ਉਹ ਵੀ ਉਹਨਾਂ ਨੇ ਲੀਜ਼ ਦੇ ਹਿਸਾਬ ਨਾਲ ਵੀ। ਇਹ ਜਿਹੜੀਆਂ ਸਾਡੀਆਂ ਹੀ ਪਬਲਿਕ ਜਿਹੜੀਆਂ ਨਾਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ, ਜਿਵੇਂ ਕੈਂਸਰ ਕੇਅਰ ਓਨਟਾਰੀਓ ਹੋ ਗਈ ਜਾਂ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਹੋ ਗਈ, ਉਹ ਟੈਨੈਂਟਸ ਹੋਣਗੇ ਉਸ ਬਿਲਡਿੰਗ ਦੇ, ਅਤੇ ਉਹਦੇ ਵਿੱਚ 5 ਸਾਲਾਂ ਦੇ ਵਿੱਚ ਤੁਸੀਂ ਆਪਣਾ ਉਹ ਵਾਪਸ ਕਰੋਗੇ, ਸਾਨੂੰ ਰੈਂਟਲ ਜਿਹੜੀ ਇਨਕਮ ਆਉਣੀ ਆ ਉਹ ਫੋਰਗਿਵ ਕਰਾਂਗੇ ਅਸੀਂ ਤੁਹਾਨੂੰ। ਸੋ ਬੇਸਿਕਲੀ ਉਹਨਾਂ ਨੂੰ ਬਚਾਉਣ ਦਾ ਵੀ ਰਾਹ ਕੱਢਿਆ ਗਿਆ ਅਸਲ 'ਚ। ਹਾਂਜੀ, ਬਿਲਕੁਲ, ਟੋਟਲੀ। ਕਿਉਂਕਿ ਉੱਥੇ ਜਿਹੜੇ ਉਹਦਾ ਰੈਂਟ ਨੇ ਉਹ ਵੀ ਹੋ ਸਕਦਾ ਮਾਰਕੀਟ ਰੇਟ ਨਾਲੋਂ ਵੱਧ ਹੋਣਗੇ, ਮਾਰਕੀਟ ਰੇਟ ਨਾਲੋਂ ਬਹੁਤ ਜ਼ਿਆਦਾ ਸੀਗੇ ਉਸ ਟਾਈਮ 'ਚ। ਮਾਰਕੀਟ, ਤੁਸੀਂ ਬਹੁਤ ਇੰਟਰਸਟਿੰਗ ਚੀਜ਼ ਪਿਕ ਕੀਤੀ ਹੈ, ਉਹ ਮਾਰਕੀਟ ਰੇਟ ਨਾਲੋਂ 1.5 ਟਾਈਮਸ ਜ਼ਿਆਦਾ ਸੀਗੇ।
कैंसर केयर ओंटारियो जो कि ऑल्सो पब्लिकली फंडेड नॉट फॉर प्रॉफिट ऑर्गेनाइजेशन है। हार्ट एंड स्ट्रोक फाउंडेशन अगेन पब्लिकली फंडेड नॉट फॉर प्रॉफिट ऑर्गेनाइजेशन है। तुसी देखो लेफ्ट हैंड इज़ गिविंग टू द राइट हैंड एंड जा सारा पब्लिक मनी रहा तो फ्लो किस तरीके ना हो रहा। सो एक ਸਿੰਪਲ ਤੇ ਸਿੰਪਲ ਨਹੀਂ ਬਹੁਤ ਵੱਡਾ ਐਗਜ਼ਾਮਪਲ ਹੈ ਬਟ ਇਹ ਜਿਹੇ ਬਹੁਤ ਸਾਰੇ ਹੋਰ ਐਗਜ਼ਾਮਪਲਸ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ, ਕਿਉਂਕਿ ਕਈ ਵਾਰ ਤਾਂ ਮੈਨੂੰ ਇਉਂ ਲੱਗਦਾ ਵੀ ਇਹ ਪੋਲੀਟੀਸ਼ੀਅਨਾਂ ਨੂੰ ਬੜਾ ਰਾਸ ਆਇਆ ਹੋਇਆ ਇੱਕ ਕਿਸਮ ਦੀਆਂ ਉਹ ਇਸ ਪੈਸੇ ਨੂੰ ਉਹ ਫ੍ਰੀ ਇਲੈਕਸ਼ਨ ਮਨੀ ਦੇ ਤੌਰ 'ਤੇ ਯੂਜ਼ ਕਰਦੇ ਨੇ। ਇਲੈਕਸ਼ਨ ਤੋਂ ਸਾਲ ਪਹਿਲਾਂ ਸ਼ੁਰੂ ਹੋ ਜਾਂਦਾ ਹੁੰਦਾ ਕਿ ਹਰ ਰੋਜ਼ ਜਿਹੜੇ ਪੋਲੀਟੀਸ਼ੀਅਨ ਨੇ ਕਦੇ ਕਿਤੇ ਗ੍ਰਾਂਟ ਐਲਾਨ ਕਰ ਰਹੇ ਨੇ, ਕਿਤੇ 1 ਮਿਲੀਅਨ ਦੀ, ਕਿਤੇ 10 ਮਿਲੀਅਨ ਦੀ, ਕਿਤੇ 100 ਮਿਲੀਅਨ ਦੀ, ਇਹ ਸਾਰਾ ਹੀ ਪੈਸਾ ਹੀ ਉਡਾਇਆ ਜਾਂਦਾ। ਐਂਡ ਟਰਾਂਸਪੇਰੈਂਸੀ ਇਹਨਾਂ ਆਰਗੇਨਾਈਜੇਸ਼ਨਸ 'ਚ ਹੈ ਨਹੀਂ ਹਜੇ ਵੀ। ਓਂਟਾਰੀਓ ਦੇ ਵਿੱਚ ਜਿਹੜਾ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਰਜਿਸਟਰ ਕੀਤਾ ਜਾਂਦਾ ਸੀ ਆਪਣੀ ਜਿਹੜੀ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਆ ਉਸੇ ਐਕਟ ਦੇ ਤਹਿਤ। ਇਹ ਐਕਟ ਚੇਂਜ ਹੋਇਆ 2019 'ਚ। ਤੁਸੀਂ ਦੇਖੋ 2019 ਨੂੰ ਕਿੰਨਾ ਕੁ ਚਿਰ ਹੋਇਆ, 3 ਸਾਲ ਹੋਇਆ। ਅਤੇ ਅਕਤੂਬਰ 2030 ਇਸ ਸਾਲ ਅਕਤੂਬਰ 'ਚ ਇਹ ਸਾਰੇ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਨਵੇਂ ਐਕਟ ਦੇ ਤਹਿਤ ਆਪਣੇ ਸਾਰੇ ਡਾਕੂਮੈਂਟਸ ਅਮੈਂਡ ਕਰਨੇ ਹੈ, ਬਾਇਲਾਸ ਚੇਂਜ ਕਰਨੇ ਹੈ, ਸਟਰਕਚਰ ਚੇਂਜ ਕਰਨਾ। ਉਹ 'ਚ ਥੋੜ੍ਹੀ ਜਿਹੀਆਂ ਚੇਂਜਸ ਆਈਆਂ ਨੇ ਜੋ ਕਿ ਅੱਛੀਆਂ ਨੇ, ਜਿਵੇਂ ਬੋਰਡ ਆਫ ਡਾਇਰੈਕਟਰਸ ਦੀ ਲਿਮਿਟ ਉਹਨਾਂ ਨੇ ਓਪਨ ਕਰਤੀ ਵੀ ਤੁਸੀਂ ਫਿਕਸ ਨੰਬਰ ਨਹੀਂ ਰੱਖਣੇ, ਤੁਸੀਂ ਲੈਟਸ ਸੇ 5 to 10 ਜਾਂ 5 to whatever ਜੋ ਵੀ ਰੱਖ ਸਕਦੇ ਹੋ। ਬਟ ਕੀ ਉਹ ਇਲੈਕਟਡ ਬੋਰਡ ਮੈਂਬਰਸ ਪਬਲਿਕ 'ਚੋਂ ਹੈ ਜਾਂ ਫਰੈਂਡਸ ਆਫ ਫਰੈਂਡਸ ਹੀ ਨੇ, ਪੋਲੀਟੀਸ਼ੀਅਨਸ ਦੇ ਹੋ ਗਏ, ਬਹੁਤ ਸਾਰੀਆਂ ਉਹਨਾਂ ਨੇ ਤਾਂ ਆਪਣੇ ਰਿਸ਼ਤੇਦਾਰੀ ਭਰਤੀ ਕੀਤੇ ਹੁੰਦੇ ਬਹੁਤ ਜ਼ਿਆਦਾ। ਇੱਕ ਹੋਰ ਬਹੁਤ ਇੰਟਰਸਟਿੰਗ ਆਰਗੇਨਾਈਜੇਸ਼ਨ ਹੈਗੀ ਆਪਣੀ ਓਂਟਾਰੀਓ ਲੋਟਰੀ ਐਂਡ ਗੇਮਿੰਗ ਕਮਿਸ਼ਨ ਜੋ ਕਿ ਅਗੇਨ ਪਬਲਿਕਲੀ ਇਟਸ ਅ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਬਟ ਇਹਨਾਂ ਨੂੰ ਪਬਲਿਕ ਫੰਡਿੰਗ ਨਹੀਂ ਹੁੰਦੀ ਕਿਉਂਕਿ ਉਹ ਆਪ ਹੀ ਲੋਟਰੀ ਦੇ ਥਰੂ ਪੈਸਾ ਯੂਜ਼ ਕਰਕੇ ਮਤਲਬ ਰੇਜ਼ ਕਰਕੇ ਉਹ ਸਪੈਂਡ ਕਰਦੇ ਨੇ। ਬਟ ਐਟਲੀਸਟ ਓਵਰਸਾਈਟ ਹੋਣੀ ਜ਼ਰੂਰੀ ਹੈ ਕਿ ਹੈ ਤਾਂ ਪਬਲਿਕ ਮਨੀ, ਪੈਸੇ ਤਾਂ ਉਹ ਪਬਲਿਕ ਤੋਂ ਹੀ ਇਕੱਠੇ ਕਰ ਰਹੇ ਨੇ। ਉਹਨਾਂ ਦੀ ਇੱਕ ਆਮ ਹੈ ਮਤਲਬ ਇੱਕ ਸੈਕਟਰ ਹੈਗਾ ਕਸੀਨੋਜ਼ ਦਾ। ਹੁਣ ਕਸੀਨੋਜ਼ ਨੇ ਲੌਬੀ ਕੀਤਾ ਬਹੁਤ ਸਾਲ ਪਹਿਲਾਂ, ਆਲਮੋਸਟ ਕੋਵਿਡ ਤੋਂ 2-3 ਸਾਲ ਪਹਿਲਾਂ। 2 ਵੱਡੇ ਪਲੇਅਰ ਸੀਗੇ US ਬੈਕਡ ਕੰਪਨੀਆਂ, ਅਤੇ ਉਹ ਕਹਿੰਦੇ ਵੀ ਸਾਡੇ ਕੋਲ 100% ਕੰਟਰੋਲ ਹੋਣਾ ਚਾਹੀਦਾ ਓਂਟਾਰੀਓ 'ਚ ਇਹੀ 2 ਆਰਗੇਨਾਈਜੇਸ਼ਨਸ ਕੋਲ। ਅਸੀਂ ਹੀ ਲੈਂਡ ਬੇਸਡ ਕਸੀਨੋਜ਼ ਇੱਥੇ ਖੋਲ੍ਹਣੇ ਆ, ਹੋਰ ਕੋਈ ਆਰਗੇਨਾਈਜੇਸ਼ਨ ਨਹੀਂ ਆਊਗੀ। ਐਂਡ ਇਨ ਰਿਟਰਨ ਅਸੀਂ ਤੁਹਾਨੂੰ ਇੰਨਾ ਟੈਕਸ ਦੇਵਾਂਗੇ ਐਂਡ ਦੇ ਕਮਿਟਡ ਸਰਟਨ ਪੇ ਬੈਕ। ਉਹ ਆਪਣੇ ਹੀ ਐਗਰੀਮੈਂਟ 'ਚੋਂ ਡਿਫਾਲਟ ਹੋਏ। ਮਿਨਿਸਟਰੀ ਨੇ ਉਹਨਾਂ ਨੂੰ ਕੰਸੈਸ਼ਨ ਦਿੱਤੀ, ਫਾਈਨੈਂਸ ਮਿਨਿਸਟਰੀ ਨੇ, OGA ਨੇ, ਓਂਟਾਰੀਓ ਲੋਟਰੀ ਐਂਡ ਗੇਮਿੰਗ ਕਮਿਸ਼ਨ ਨੇ ਵੀ ਉਹਨਾਂ ਨੂੰ ਕੰਸੈਸ਼ਨ ਦਿੱਤੀ। ਉਹ ਕਹਿੰਦੇ ਵੀ ਤੁਸੀਂ ਇੰਨੀ ਦੇਰ 'ਚ ਨਹੀਂ ਪੇ ਕਰ ਸਕਦੇ ਸਾਨੂੰ ਟੈਕਸ, ਨੋ ਪ੍ਰੋਬਲਮ, ਅਸੀਂ ਤੁਹਾਨੂੰ ਐਕਸਟੈਂਸ਼ਨ ਦਿੰਦੇ ਹਾਂ ਹੋਰ 5 ਸਾਲ ਦੀ। ਮੈਨੂੰ ਅਤੇ ਤੁਹਾਨੂੰ ਤਾਂ ਬੈਂਕ ਇੱਦਾਂ ਦੀ ਕੋਈ ਐਕਸਟੈਂਸ਼ਨ ਨਹੀਂ ਦਿੰਦਾ ਅਗਰ ਅਸੀਂ ਆਪਣੀ ਕਿਸੇ ਇਕਨੋਮਿਕ ਕੰਡੀਸ਼ਨ ਨੂੰ ਬਰੀਚ ਕਰੀਏ ਜਾਂ ਪ੍ਰੋਮਿਸ ਨੂੰ ਬਰੀਚ ਕਰੀਏ। ਬਟ ਦਿਸ ਇਜ਼ ਅ ਸਟੇਟ ਆਫ ਅਫੇਅਰਸ। ਮੀਨਾਕਸ਼ੀ ਜੀ, ਹੁਣ ਸਵਾਲ ਇਹ ਉੱਠਦਾ ਕਿ ਜਿਹੜਾ ਪੈਸਾ ਜਾ ਰਿਹਾ ਕਹਿਣ ਨੂੰ ਪੇਪਰਾਂ 'ਤੇ ਬੜੇ ਜੈਨੂਅਨ ਕਾਜ਼ਜ਼ ਵਾਸਤੇ ਜਾਂਦਾ ਹੈ, ਸੋਸ਼ਲ ਕਾਜ਼ਜ਼ ਹੁੰਦੇ ਨੇ, ਕੋਈ ਮੈਂਟਲ ਹੈਲਥ ਦੇ ਨਾਂ 'ਤੇ ਪ੍ਰੋਗਰਾਮ ਚੱਲ ਰਿਹਾ, ਕੋਈ ਇੰਟਰਨੈਸ਼ਨਲ ਸਟੂਡੈਂਟ ਦੀ ਹੈਲਪ ਦੇ ਨਾਂ 'ਤੇ ਚੱਲ ਰਿਹਾ, ਕੋਈ ਬਜ਼ੁਰਗਾਂ ਦੇ ਨਾਂ 'ਤੇ ਚੱਲ ਰਿਹਾ, ਕਿਸੇ ਬਿਮਾਰੀ ਦੇ ਨਾਂ 'ਤੇ ਚੱਲ ਰਿਹਾ, ਕੋਈ ਕਿਸੇ ਦੇ ਨਾਂ 'ਤੇ ਚੱਲ ਰਿਹਾ। ਪਰ ਇਹ ਜਿਹੜਾ ਪੈਸਾ ਹੈ ਰੀਅਲ ਜਿਹੜਾ ਕਾਜ਼ ਹੈ ਉਹ 'ਤੇ ਕਿੰਨਾ ਜਾਂਦਾ ਹੈ? ਅਤੇ ਜਿਹੜੇ ਇਹ ਸਾਰੀਆਂ ਸਰਵਿਸ ਦੇਣ ਵਾਲਿਆਂ ਨੇ ਆਪਣੇ ਆਫਿਸ ਬਣਾਏ ਨੇ ਅਤੇ ਇੰਪਲੋਈਜ਼ ਰੱਖੇ ਨੇ ਅਤੇ ਆਪਣੇ ਹੋਰ ਖਰਚੇ ਹੋ ਰਹੇ ਨੇ ਉਹਨਾਂ ਦੀਆਂ ਤਨਖਾਹਾਂ 'ਤੇ ਕਿੰਨਾ ਜਾਂਦਾ? ਤੁਹਾਡੇ ਨਾਲ 2 ਐਗਜ਼ਾਮਪਲ ਸ਼ੇਅਰ ਕਰੂੰਗੀ ਇਹੀ ਚੀਜ਼ ਨੂੰ ਐਡਰੈਸ ਕਰਨ ਨੂੰ। ਮਾਰਸ ਡਿਸਟ੍ਰਿਕਟ ਦੀ ਆਪਾਂ ਗੱਲ ਕਰ ਰਹੇ ਸੀ, ਡਿਸਕਵਰੀ ਡਿਸਟ੍ਰਿਕਟ ਦੀ। ਉਹਨਾਂ ਦੀ ਜਿਹੜੇ CEO ਨੇ ਉਹਨਾਂ ਦੀ 2020 ਦੀ ਜਿਹੜੀ ਐਨੂਅਲ ਸੈਲਰੀ ਸੀਗੀ ਇਟ ਵਾਜ਼ $560,000। ਇਟ ਕਾਫੀ ਗਲੋਬ ਐਂਡ ਮੇਲ ਨੇ ਕਾਫੀ ਜ਼ਿਆਦਾ ਇਹਨੂੰ ਹਾਈਲਾਈਟ ਕੀਤਾ ਵੀ ਦਿਸ ਇਜ਼ ਅ ਬੈਡ ਇਕਨੋਮਿਕ ਟਾਈਮ ਅਤੇ ਤੁਸੀਂ ਇਹੋ ਜਿਹੀਆਂ ਸੈਲਰੀਜ਼ ਕਿੱਦਾਂ ਲੈ ਸਕਦੇ ਹੋ, ਤੁਸੀਂ ਫੰਡਡ ਹੈਗੇ ਹੋ ਗਵਰਨਮੈਂਟ ਵੱਲੋਂ। ਐਂਡ ਇਨਫੈਕਟ ਅਗਲੇ ਸਾਲ ਉਹਨਾਂ ਨੂੰ ਬੋਨਸ ਦੇ ਨਾਲ ਇਨਕਰੀਮੈਂਟ ਵੀ ਮਿਲਿਆ। ਸੋ 2021 'ਚ ਉਹਨਾਂ ਦੇ CEO ਨੂੰ 560 ਤੋਂ ਆਈ ਥਿੰਕ 1.5 ਲੱਖ ਜ਼ਿਆਦਾ ਹੋਰ ਮਿਲਿਆ। ਸੋ ਇਹ ਸਿਰਫ ਆਪਣੇ CEO ਦੀ ਗੱਲ ਹੈ। ਐਂਡ ਉਹਨਾਂ ਦੇ ਕੋਲ ਜਿੰਨੇ ਵੀ ਸਟਾਫ ਨੇ ਓਬਵੀਅਸਲੀ ਉਹਨਾਂ ਦੀਆਂ ਇਨਕਰੀਮੈਂਟਲ ਸੈਲਰੀਜ਼ ਨੇ। ਪ੍ਰਾਈਵੇਟ ਸੈਕਟਰ 'ਚ ਉਹੋ ਜਿਹੀ ਇਨਕਰੀਮੈਂਟਸ ਅਤੇ ਉਹੋ ਜਿਹੇ ਰੇਜ਼ਸ ਨਹੀਂ ਮਿਲਦੇ ਜੋ ਮੈਂ ਦੇਖਿਆ ਜਨਰਲੀ ਨਾਟ ਫॉर ਪ੍ਰੋਫਿਟ 'ਚ ਮਿਲਦੇ ਆ, ਕਿਉਂਕਿ ਉਹ ਗਵਰਨਮੈਂਟ ਫੰਡਡ ਹੈ ਅਤੇ ਉਹ ਫੰਡਿੰਗ ਦਾ ਇੱਕ ਸੈੱਟ ਬਜਟ ਹੈ ਜਿਹੜਾ ਉਹ ਸੈਲਰੀਜ਼ ਦੇ ਐਨੂਅਲ ਇਨਕਰੀਜ਼ਸ, ਐਨੂਅਲ ਰੇਜ਼ਸ 'ਚ ਐਲੋਕੇਟ ਹੁੰਦਾ। ਚਾਹੇ ਕੋਈ ਵੀ ਮਿਨਿਸਟਰੀ ਦੀ ਫੰਡਿੰਗ ਲਾ ਲਓ, ਚਾਹੇ ਇਨਫਰਾਸਟਰਕਚਰ ਓਂਟਾਰੀਓ ਦੀ ਆ, ਚਾਹੇ ਮਿਨਿਸਟਰੀ ਆਫ ਹੈਲਥ ਦੀ ਆ, ਆਪਣੇ ਜਿਹੜੇ ਫੈਮਿਲੀ ਹੈਲਥ ਸੈਂਟਰਸ ਨੇ, ਫੈਮਿਲੀ ਹੈਲਥ ਨੈਟਵਰਕਸ ਨੇ,
ਉਹਨਾਂ ਦੀ ਜੋ ਫੰਡਿੰਗ ਆਉਂਦੀ ਹੈ ਮਿਨਿਸਟਰੀ ਆਫ ਹੈਲਥ ਵੱਲੋਂ, ਦ ਰੋਲ ਇਜ਼ ਕਿ ਕਮਿਊਨਿਟੀ 'ਚ ਜ਼ਿਆਦਾ ਪੈਨੀਟਰੇਟ ਹੋਣ ਫੈਮਿਲੀ ਹੈਲਥ ਨੈਟਵਰਕਸ, ਤਾਂ ਕਿ ਜਿਹੜੀ ਆਪਣਾ ਹਸਪੀਟਲਸ ਦਾ ਬਰਡਨ ਆ ਉਹ ਘਟੇ ਅਤੇ ਉਹਨਾਂ ਦੀ ਕੇਅਰ ਵਧੇ। ਉਹ ਕੇਅਰ ਨਾਲੋਂ ਜ਼ਿਆਦਾ ਜਿਹੜੀ ਉਹਨਾਂ ਦੀ ਐਨੂਅਲ ਸੈਲਰੀਜ਼ ਨੇ, ਜੇ $1 ਮਿਲੀਅਨ ਦੀ ਉਹਨਾਂ ਨੂੰ ਡਿਸਬਰਸਮੈਂਟਸ ਮਿਲ ਰਹੀਆਂ ਨੇ ਜਾਂ $1 ਮਿਲੀਅਨ ਦੀ ਉਹਨਾਂ ਨੂੰ ਫੰਡਿੰਗ ਮਿਲ ਰਹੀ ਆ, ਉਹ 'ਚੋਂ ਐਟਲੀਸਟ 50% ਤਾਂ ਉਹਨਾਂ ਦੀ ਸੈਲਰੀਜ਼ 'ਚ ਅਤੇ ਉਹਨੂੰ ਮੈਨੇਜ ਕਰਨ ਨੂੰ ਹੀ ਜਾਂਦਾ। ਓਨਲੀ 50% ਅਗਰ ਉਹ ਵਾਕਈ ਹੀ ਕਿਸੇ ਨੂੰ ਆਪਾਂ $50 ਦਿੱਤੇ ਵੰਡਣ ਲਈ, ਹਾਂਜੀ, ਉਹਨੇ ਉਹਦੇ 'ਚੋਂ 50 ਤਾਂ ਆਪਣੇ ਕੋਲ ਰੱਖ ਲਏ, ਹਾਂਜੀ, ਆਪਣੇ ਖਰਚਿਆਂ ਲਈ, ਹਾਂਜੀ, ਅਤੇ ਉਹ ਮਤਲਬ $50 ਵੰਡਣ ਦੇ $50 ਲੈ ਰਿਹਾ, ਬਿਲਕੁਲ, ਉਹਨੂੰ ਮੈਨੇਜ ਕਰਨ ਲਈ। ਔਰ ਉਹ ਵੀ ਜਿਹੜੇ 50 ਗਏ ਨੇ ਅੱਗੇ, ਉਹ ਆਪਾਂ ਨੂੰ ਪਤਾ ਨਹੀਂ ਵੀ ਉਹ ਵੀ ਖਰਚਿਆਂ 'ਚ ਪਾਏ ਨੇ, ਕਾਗਜ਼ਾਂ 'ਚ ਦਿਖਾਏ ਨੇ, ਜਾਂ ਸੱਚੀ ਮੁੱਚੀ ਖਰਚੇ ਵੀ ਕਿਤੇ। ਉਹ ਵੀ ਕਹਿੰਦੇ ਨੇ ਪੰਜ ਵਰਸ਼ੀ ਯੋਜਨਾਵਾਂ, ਉਹ ਵੀ ਆਪਾਂ ਨੂੰ ਨਹੀਂ ਪਤਾ ਵੀ 5 ਈਅਰ ਪਲਾਨ ਵਾ ਉਹ ਕੀ ਆ। ਸੋ ਐਂਡ ਮੋਸਟਲੀ ਇੱਦਾਂ ਹੀ ਹੁੰਦਾ ਵਾ, ਉਹ ਲੌਂਗ ਟਰਮ ਪਲਾਨਸ ਹੁੰਦੇ ਆ, ਸਟ੍ਰੈਟੇਜਿਕ ਗੋਲਸ ਹੁੰਦੇ ਆ, ਬਹੁਤ ਲੌਫਟੀ ਉਹਨਾਂ ਦੀ ਬਿਜ਼ਨਸ ਰਿਪੋਰਟਸ ਹੁੰਦੀਆਂ ਨੇ ਵੀ ਅਸੀਂ ਇੱਥੇ ਇੱਦਾਂ ਕਰਾਂਗੇ। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਹੀ ਹੁੰਦੀਆਂ ਨੇ, ਹਾਂਜੀ, ਹਾਂਜੀ, ਜਾਂ ਫਿਰ ਜਿਹੜੇ ਅਕਾਊਂਟੈਂਟਸ ਨੇ ਉਹਨਾਂ ਨੇ ਕਾਗਜ਼ ਭਰੇ ਹੁੰਦੇ ਨੇ। ਬਿਲਕੁਲ, ਉਹ ਤੁਹਾਡੀ ਸਾਰੀਆਂ ਉਹ ਜਿਹੜੀਆਂ ਅਨਆਡਿਟਡ ਫਾਈਨੈਂਸ਼ੀਅਲ ਰਿਪੋਰਟਸ ਨੇ ਉਹ ਦੱਸਣਗੇ ਜੀ ਸਾਡੇ ਇੰਨੇ ਆਪਰੇਸ਼ਨਲ ਐਕਸਪੈਂਸਿਸ ਸੀਗੇ, ਐਂਡ ਆਪਰੇਸ਼ਨਲ ਐਕਸਪੈਂਸਿਸ 'ਚ ਉਹਨਾਂ ਦੇ ਐਨੂਅਲ ਡਿਨਰਸ ਵੀ ਹੁੰਦੇ ਆ, ਮੀਟਿੰਗਸ ਵੀ ਹੁੰਦੀਆਂ ਨੇ, ਟਰੈਵਲ ਖਰਚੇ ਵੀ ਨੇ ਉਹਨਾਂ ਦੇ, ਵੀ ਨੇ, ਸਾਰਾ ਕੁਛ ਹੁੰਦਾ ਵਾ। ਉਹ ਇੱਕ ਤਰ੍ਹਾਂ ਇੱਕ ਸਿਸਟਮ ਨੂੰ ਚਲਾਉਣ ਲਈ ਆਪਾਂ ਇੱਕ ਹੋਰ ਛੋਟਾ ਬੇਬੀ ਐਲੀਫੈਂਟ ਪਾਲਿਆ ਹੋਇਆ ਵਾ, ਜੇ ਕਹੀਏ ਆਪਾਂ। ਇਹੀ ਜੇ ਆਪਣੀਆਂ ਮਿਨਿਸਟਰੀਜ਼ ਇਹਦੇ ਬਾਰੇ ਹੁਣ ਕੁਛ ਜਿਹੜੀਆਂ ਗਵਰਨਮੈਂਟਸ ਨੇ ਸਟੱਡੀਜ਼ ਵੀ ਤਾਂ ਕਰਵਾਈਆਂ ਹੋਣਗੀਆਂ ਕਿ ਵੀ ਇਹ ਹੋ ਕੀ ਰਿਹਾ ਪੈਸੇ ਨਾਲ। ਇੰਟਰਸਟਿੰਗਲੀ ਇਸੇ ਸਾਲ ਮਾਰਚ 'ਚ ਬ੍ਰਿਟਿਸ਼ ਕੋਲੰਬੀਆ ਦੇ ਅਟਰਨੀ ਜਨਰਲ ਨੇ ਇੱਕ ਸਰਵੇ ਕਰਵਾਇਆ। ਉਹ ਬਹੁਤ ਪੈਨਿਕ ਵਾਲੀ ਸਿਚੁਏਸ਼ਨ 'ਚ ਸੀਗੇ ਜਦੋਂ ਉਹਨਾਂ ਨੇ ਸਰਵੇ ਕਰਾਇਆ, ਅਤੇ ਉਹਨਾਂ ਨੇ ਟੌਪ ਜਿਹੜੀਆਂ ਉਹਨਾਂ ਦੀ ਪ੍ਰੋਵਿੰਸ ਦੀਆਂ 100 ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਸੀਗੀਆਂ, ਜਿਨ੍ਹਾਂ ਨੂੰ ਕਾਫੀ ਜ਼ਿਆਦਾ ਵੇਰੀਅਸ ਮਿਨਿਸਟਰੀਜ਼ ਵੱਲੋਂ BC ਗਵਰਨਮੈਂਟ ਵੱਲੋਂ ਫੰਡਿੰਗ ਜਾਂਦੀਆਂ ਸੀ, ਉਹਨਾਂ ਨੇ ਸਰਵੇ ਭੇਜਿਆ। ਉਹ ਸਰਵੇ ਦੇ ਰਿਜ਼ਲਟਸ ਬਹੁਤ ਅਸਟਾਊਂਡਿੰਗ ਸੀਗੇ। 43% ਜਿਹੜੀਆਂ ਨਾਟ ਫॉर ਪ੍ਰੋਫਿਟਸ ਨੇ ਉਹਨਾਂ ਨੇ ਐਡਮਿਟ ਕੀਤਾ ਕਿ ਸਾਡੇ ਐਸੈਟ ਫਰਾਡਸ ਹੁੰਦੇ ਨੇ। 43% ਐਡਮਿਟ ਕਰ ਰਹੇ ਨੇ, ਉਹ ਆਪ ਐਡਮਿਟ ਕਰ ਰਹੇ ਨੇ, ਸਾਡੇ ਕੋਲ ਐਸੈਟ ਫਰਾਡ ਹੁੰਦਾ, ਸਾਡੇ ਕੋਲ ਰਿਸਕ ਗਵਰਨੈਂਸ ਮਾਡਲਸ ਹੈਗੇ ਨੇ, ਅਸੀਂ ਪੇਪਰ 'ਚ ਲਿਖਿਆ ਵੀ ਅਸੀਂ ਰਿਸਕ ਕਿੱਦਾਂ ਮੈਨੇਜ ਕਰਨਾ, ਪਰ ਉਹਦੀ ਇਨਫੋਰਸਮੈਂਟ, ਉਹਨੂੰ ਕਿਸ ਤਰ੍ਹਾਂ ਅਸੀਂ ਐਕਚੁਅਲੀ ਕਰਨਾ ਹੈ ਪ੍ਰੀਵੈਂਟ ਕਰਨ ਵਾਸਤੇ ਲੀਕੇਜ ਅਤੇ ਫਰਾਡ, ਉਹਦੇ ਲਈ ਉਹਨਾਂ ਕੋਲ ਕੋਈ ਤਰੀਕਾ ਨਹੀਂ ਹੈ। ਐਂਡ ਉਹਨਾਂ 'ਚੋਂ 43% ਨੇ ਇਹੀ ਕਿਹਾ ਵੀ ਸਾਡੇ ਫਿਜ਼ੀਕਲ ਐਸੈਟਸ ਦੀ ਚੋਰੀ ਹੁੰਦੀ ਆ। ਮਿਸਅਪਰੋਪਰੀਏਸ਼ਨ ਆਫ ਕੰਪਨੀ ਫੰਡਸ, ਮਤਲਬ ਡਾਇਰੈਕਟਲੀ ਪੈਸੇ ਮਿਸਅਪਰੋਪਰੀਏਟ ਹੋ ਰਿਹਾ। 22% ਆਫ ਆਰਗੇਨਾਈਜੇਸ਼ਨਸ ਦੇ ਐਡਮਿਟਡ ਕਿ ਸਾਡੀਆਂ ਜਿਹੜੀ ਮਿਸਅਪਰੋਪਰੀਏਸ਼ਨ ਆਫ ਫੰਡਸ ਹੁੰਦੀਆਂ ਨੇ, ਐਂਡ ਸਾਨੂੰ ਪਤਾ ਵਾ, ਅਤੇ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਅਸੀਂ ਐਨੂਅਲੀ ਬੈਠਦੇ ਹਾਂ ਆਪਣੀ ਬਜਟ ਰਿਵਿਊਜ਼ ਵਾਸਤੇ ਜਾਂ ਆਡਿਟਸ ਵਾਸਤੇ ਵੀ ਉਹ ਪੈਸੇ ਗਏ ਕਿੱਥੇ ਗਏ। ਕੋਈ ਫਾਰਮਰ ਇੰਪਲੋਈ ਸੀਗਾ, ਉਹਨੇ ਆਪਣੇ ਟਰੈਵਲ ਐਂਡ ਟੂਰਿਜ਼ਮ 'ਤੇ ਲੈ ਲਏ, ਹੁਣ ਉਹ ਲੱਭ ਨਹੀਂ ਰਿਹਾ, ਉਹਨੂੰ ਕਿੱਥੋਂ ਅਸੀਂ ਵਾਪਸ ਲਵਾਂਗੇ ਪੈਸੇ। ਇਹੋ ਜਿਹੀਆਂ ਸਟੋਰੀਜ਼ ਵੀ ਸੀਗੀਆਂ ਉਹ 'ਚ। ਐਂਡ ਇੰਟਰਨਲ ਫਾਈਨੈਂਸ਼ੀਅਲ ਫਰਾਡ ਸੀਗਾ 17%, 17% ਆਪਣੀ ਹੀ ਆਰਗੇਨਾਈਜੇਸ਼ਨ ਦੇ ਵਿੱਚ ਫਾਈਨੈਂਸ਼ੀਅਲ ਫਰਾਡ ਹੋ ਰਿਹਾ। ਇਹ ਤਾਂ BC ਵਾਲਿਆਂ ਨੇ ਸਟੱਡੀ ਕਰਾਈ ਤੇ ਸਾਹਮਣੇ ਆ ਗਿਆ। ਹਾਂਜੀ, ਅਦਰਵਾਈਜ਼ ਚਾਹੇ ਫੈਡਰਲ ਫੰਡਿੰਗ ਹੈ, ਚਾਹੇ ਪ੍ਰੋਵਿੰਸ਼ੀਅਲ ਫੰਡਿੰਗ ਹੈ, ਚਾਹੇ ਰੀਜਨਲ ਗਵਰਨਮੈਂਟ ਦੀ ਫੰਡਿੰਗ ਹੈ, ਜਾਂ ਕੋਈ ਸਿਟੀ ਕਿਸੇ ਦੇ ਰਹੇ ਨੇ, ਸਾਰਿਆਂ ਦਾ ਸੇਮ ਹਾਲ ਹੀ ਹੈ। ਹੁਣ ਤੁਸੀਂ ਫੈਡਰਲ ਦੀ ਗੱਲ ਕੀਤੀ ਆ ਤਾਂ ਵੀ ਚੈਰਿਟੀ ਦਾ ਕਿੱਡਾ ਵੱਡਾ ਸਕੈਂਡਲ ਹੋਇਆ ਸੀ ਫਿਊ ਈਅਰਸ ਅਗੋ। ਹਾਂ ਬਿਲਕੁਲ, ਉਹ ਕਿੱਡੀ ਵੱਡੀ ਐਗਜ਼ਾਮਪਲਸ। ਐਂਡ ਉਹ ਇੱਕ ਤਰ੍ਹਾਂ ਮਾਸਕ ਹੋ ਗਿਆ, ਕਿਉਂਕਿ ਬੈਕ ਟੂ ਬੈਕ ਬਹੁਤ ਚੀਜ਼ਾਂ ਆਪਣੇ ਐਗਜ਼ਿਸਟਿੰਗ ਰਜੀਮ ਵਾਸਤੇ ਸੀਗੀਆਂ, ਜਿਵੇਂ ਕੋਵਿਡ ਮਾਸਕ ਕਰ ਗਿਆ ਇਹ ਸਾਰੀਆਂ ਚੀਜ਼ਾਂ ਨੂੰ, ਇਹ ਸਾਰੀ ਨੋਇਜ਼ ਨੂੰ। ਫਿਰ ਉਹਨਾਂ ਦਾ SNV ਲੈਵਲਨ ਦਾ ਜਿਹੜਾ ਸਕੈਂਡਲ ਹੋਇਆ ਉਹ ਵੀ ਉਸੇ ਦੌਰਾਨ 'ਚ ਹੀ ਹੋਇਆ। ਬਟ ਜਿਹੜਾ ਈਵਨ ਜੋ ਕੋਵਿਡ ਦੇ ਦੌਰਾਨ ਜੋ ਪੈਸਾ ਵੰਡਿਆ ਗਿਆ, ਹਾਂਜੀ, ਇੱਕ ਤਾਂ ਚਲੋ ਲੋਕਾਂ ਨੂੰ ਆਇਆ, ਪਰ ਜਿਹੜਾ ਹੋਰ ਰਿਸਰਚ ਦੇ ਨਾਂ ਦੇ ਉੱਤੇ ਤੇ ਹੋਰ ਪੈਸਾ ਜਿਹੜਾ ਆਰਗੇਨਾਈਜੇਸ਼ਨਾਂ ਨੂੰ ਗਿਆ, ਉਹ ਪਤਾ ਹੀ ਨਹੀਂ ਹੁਣ ਉਹਦਾ ਕੀ ਬਣਿਆ। ਉਹ ਹੁਣ 2022 2023 ਦੀਆਂ ਜਿਹੜੀਆਂ ਹੁਣ ਆਪਾਂ ਪਿੱਛੇ ਜਾ ਕੇ ਦੇਖਾਂਗੇ ਕਿ ਕਿੱਥੇ ਕਿੱਥੇ ਕਿਹਨੇ ਹੁਣ ਜਿਹੜੇ ਆਪਣੇ ਅਟਰਨੀ ਜਨਰਲ ਆਫ ਕੈਨੇਡਾ ਨੇ ਉਹ ਲੱਭਣਗੇ, ਆਡੀਟਰ ਜਨਰਲ ਆਫ ਓਨਟਾਰੀਓ ਨੇ ਉਹ ਲੱਭਣਗੇ ਵੀ ਕਿੱਥੇ ਕਿੱਥੇ ਇਹਨਾਂ ਨੇ ਖਰਾਬ ਕੀਤੇ ਪੈਸੇ। ਬਟ ਇਹ ਕਾਮਨ ਗੱਲ ਵਾ, ਐਂਡ ਇਹ ਦੇਰ ਇਜ਼ ਕੋਈ ਇਹ 'ਚ ਹਿਡਨ ਚੀਜ਼ ਨਹੀਂ ਹੈ। ਸੋ ਗੋਇੰਗ ਬੈਕ ਟੂ ਤੁਸੀਂ ਇੱਕ ਵਰਡ ਯੂਜ਼ ਕੀਤਾ ਸੀ ਵੀ ਬਹੁਤ ਵੱਡਾ ਜਾਲ ਹੈ, ਜਦੋਂ ਆਪਣੀ ਓਪਨਿੰਗ ਕੀਤੀ ਅੱਜ ਦੇ ਸ਼ੋਅ ਦੀ। ਤੁਸੀਂ ਕਿਹਾ ਵੀ ਨਾਟ ਫॉर ਪ੍ਰੋਫਿਟ ਸੈਕਟਰ ਬਹੁਤ ਵੱਡਾ ਜਾਲ ਹੈ। ਤੁਸੀਂ ਇਹ ਕੋਈ ਅੰਡਰਸਟੇਟਮੈਂਟ ਨਹੀਂ ਹੈਗੀ, ਮਤਲਬ ਇਟ ਇਜ਼ ਐਨ ਅੰਡਰਸਟੇਟਮੈਂਟ ਕਿ ਇਹ ਜਾਲ ਹੈ। ਇਹ ਵਾਕਈ ਹੀ ਜਾਲ ਹੈ, ਬਿਕੋਜ਼ ਨਾਟ ਫॉर ਪ੍ਰੋਫਿਟ ਸੈਕਟਰ ਦੀ ਵਿਜ਼ਿਬਿਲਿਟੀ ਓਨੀ ਕੀ ਹੈ ਜਿੰਨੀ ਕਿ ਉਹ ਦੇਣਾ ਚਾਹੁੰਦੇ ਨੇ। ਸੋ ਅਗਰ ਮੈਂ 1% ਦਿਖਾਉਣਾ ਚਾਹੁੰਦੀ ਹਾਂ ਕਿ ਮੇਰੀ ਨਾਟ ਫॉर ਪ੍ਰੋਫਿਟ ਕਿਸ ਤਰ੍ਹਾਂ ਚੱਲ ਰਹੀ ਹੈ, ਤਾਂ 1% ਹੀ ਦਿਖੂਗੀ, ਅਨਲੈਸ
ਆਪਣੇ ਜਿਹੜੇ ਰੈਗੂਲੇਟਰਸ ਨੇ ਜਾਂ ਫੰਡਿੰਗ ਏਜੰਸੀਜ਼ ਨੇ ਜਾਂ ਮਿਨਿਸਟਰੀਜ਼ ਨੇ ਰੀਅਲੀ ਇਨਫੋਰਸ ਕਰਨ ਉਹ ਚੀਜ਼ਾਂ ਨੂੰ, ਬਟ ਉਹ ਦੇ ਆਰ ਨਾਟ ਯੂਜ਼ਿੰਗ ਦੈਟ ਸਟਿਕ। ਉਹਨਾਂ ਕੋਲ ਇਨਫੋਰਸਮੈਂਟ ਪਾਵਰਸ ਹੈਗੀਆਂ ਨੇ, ਮਿਨਿਸਟਰੀਜ਼ ਨੇ, ਆਫਟਰ ਆਲ ਜੇ ਉਹ ਡੰਡਾ ਮਾਰ ਕੇ ਆਪਣੇ ਤੋਂ ਟੈਕਸ ਲੈ ਸਕਦੀਆਂ ਨੇ ਤਾਂ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਤੋਂ ਡੰਡਾ ਮਾਰ ਕੇ ਉਹਨਾਂ ਤੋਂ ਕੰਮ ਕਿਉਂ ਨਹੀਂ ਲੈ ਸਕਦੇ? ਪ੍ਰੋਬਲਮ ਹੈ ਨਾ, ਸਾਰੇ ਮਿਲੇ ਹੋਏ ਨੇ ਹਾਂਜੀ, ਉਹ ਇੱਕ ਤਰ੍ਹਾਂ ਇਟਸ ਅ ਕਮਰਾਡਰੀ, ਉਹਨਾਂ ਦੀ ਸਿੰਬਾਇਓਟਿਕ ਰਿਲੇਸ਼ਨਸ਼ਿਪ ਬਣੀ ਹੋਈ ਆ ਵੀ ਯੂ ਨੋ ਤੁਸੀਂ ਮੇਰੀ ਬੈਕ ਸਕ੍ਰੈਚ ਕਰੋ, ਮੈਂ ਤੁਹਾਡੀ ਬੈਕ ਸਕ੍ਰੈਚ ਕਰਦਾ, ਮੈਂ ਤੁਹਾਨੂੰ ਫੰਡਿੰਗ ਦੇ ਦਾਂਗਾ, ਮੁੜ ਕੇ ਮੇਰੀ ਇਲੈਕਸ਼ਨ 'ਚ ਹੈਲਪ ਕਰ ਦਿਓ, ਇਲੈਕਸ਼ਨ 'ਚ ਹੈਲਪ ਕਰੋ, ਸਾਡੀ ਮੈਂਡੇਟ ਹੀ ਆ। ਸੋ 20 ਦੀ ਆਪਾਂ ਗੱਲ ਕਰ ਰਹੇ ਸੀਗੇ, ਉਹਦੇ 'ਚ ਤੁਹਾਨੂੰ ਪਤਾ ਹੋਊਗਾ, ਸ਼ਾਇਦ ਤੁਸੀਂ ਪੜ੍ਹਿਆ ਵੀ ਹੋਣਾ, ਇਹਨਾਂ ਦੇ ਕੋਲ ਇੰਨੀ ਰੀਅਲ ਇਸਟੇਟ ਹੈ, ਲੈਟ ਅਲੋਨ ਬਾਕੀ ਕੰਟਰੀ ਦੇ ਸ਼ਹਿਰਾਂ 'ਚ। ਟੋਰਾਂਟੋ ਦੇ ਵਿੱਚ ਹੀ ਉਹਨਾਂ ਕੋਲ ਓਵਰ $500 ਮਿਲੀਅਨ ਦੀ ਵਰਥ ਰੀਅਲ ਇਸਟੇਟ ਹੈ, ਜੋ ਕਿ ਉਹਨਾਂ ਨੇ ਸੋਲੂਸ਼ਨ ਇਹ ਕਿਹਾ ਵੀ ਅਸੀਂ ਹੁਣ ਇਹਨੂੰ ਐਂਡੋਮੈਂਟ ਕਰਨੀ ਹੈ। ਐਂਡੋਮੈਂਟ ਦਾ ਤਰੀਕਾ ਹੁੰਦਾ ਕਿ ਅਸੀਂ ਇੱਕ ਲੀਗਲ ਸਟਰਕਚਰ, ਹੋਰ ਵਧੀਆ ਜਿਹਾ ਟਰਸਟ ਲੀਗਲ ਸਟਰਕਚਰ ਬਣਾ ਕੇ ਉਹ 'ਚ ਉਹ ਮਨੀ ਪੁੱਟ ਕਰਕੇ ਫਿਰ ਅਸੀਂ ਦੇਖਣਾ ਵੀ ਉਹ ਵਾਪਸ ਕਿੱਦਾਂ ਦੇਣਾ ਚਾਹੁੰਦੇ ਹਾਂ। ਐਂਡ ਇਹ ਉਹ ਚੈਰਿਟੀ ਹੈ ਜਿਹਨੂੰ ਫੈਡਰਲ ਗਵਰਨਮੈਂਟ ਨੇ ਆਪਣੀ ਕੈਨੇਡੀਅਨ ਹਿਸਟਰੀ ਦੀ ਸਭ ਤੋਂ ਜ਼ਿਆਦਾ ਵੱਡੀ ਗ੍ਰਾਂਟ ਦਿੱਤੀ ਸੀ। ਐਂਡ ਤੁਸੀਂ ਦੇਖੋ ਆਲਮੋਸਟ ਇਕਵਿਵਲੈਂਟ ਟੂ $300 ਮਿਲੀਅਨ ਦੀ ਗ੍ਰਾਂਟ ਇੱਕ ਆਰਗੇਨਾਈਜੇਸ਼ਨ ਨੂੰ ਦੇਣਾ, ਐਂਡ ਉਹਦੀ ਕੋਈ ਪੈਰਵੀ ਨਹੀਂ ਹੋਣਾ, ਉਹਦੀ ਕੋਈ ਅੰਡਰਸਟੈਂਡਿੰਗ ਨਾ ਹੋਣਾ ਵੀ ਕਿੱਥੇ ਜਾ ਰਹੇ ਨੇ ਪੈਸੇ, ਕਿਵੇਂ ਜਾ ਰਹੇ ਨੇ। ਐਂਡ ਉਹਨਾਂ ਦਾ ਲੀਗਲ ਸਟਰਕਚਰ ਇੰਨਾ ਕੰਪਲੈਕਸ ਸੀ। ਉਹਨਾਂ ਦੀ ਜਦੋਂ ਸੈਨੇਟ ਕਮੇਟੀ ਹੀਅਰਿੰਗਸ ਹੋਈਆਂ ਜਦੋਂ ਇਸ ਸਕੈਂਡਲ ਦੇ ਦੌਰਾਨ, ਤਾਂ ਜਿਹੜੇ ਕਲਾਈਨਬਰਗ ਬ੍ਰਦਰਸ ਨੇ ਉਹਨਾਂ ਨੇ ਖੁਦ ਐਡਮਿਟ ਕੀਤਾ ਕਿ ਸਾਡਾ ਲੀਗਲ ਸਟਰਕਚਰ ਬਹੁਤ ਕੰਪਲੈਕਸ ਹੈ, ਐਂਡ ਇਨ ਅ ਵੇ ਉਹ ਪਰਪਸਲੀ ਕੰਪਲੈਕਸ ਹੈ, ਕਿਉਂਕਿ ਫਿਰ ਉਹ ਮੂਵਮੈਂਟ ਆਫ ਫੰਡਸ ਕਿੱਦਾਂ ਹੋਊਗੀ ਜੇ ਕੰਪਲੈਕਸ ਸਟਰਕਚਰ ਨਹੀਂ ਹੋਊਗਾ। ਸਾਰੀ ਖੇਡ ਹੀ ਬੇਸਿਕਲੀ ਇਹ ਹੈ ਨਾ ਜੀ। ਹਾਂਜੀ, ਨਾਟ ਫॉर ਪ੍ਰੋਫਿਟ ਸੈਕਟਰ ਕੰਮ ਕਰਨ ਨਾਲੋਂ ਵੀ ਵੱਧ ਪੈਸਾ ਲੈ ਕੇ, ਪਹਿਲਾਂ ਤਾਂ ਪੈਸਾ ਲੈਣਾ, ਉਹਦੇ ਲਈ ਪ੍ਰਪੋਜ਼ਲ ਬਣਾਉਣੀਆਂ, ਪ੍ਰੋਜੈਕਟ ਬਣਾਉਣਾ, ਇਹਦੀ ਸਕਿੱਲ ਹੈ, ਤੇ ਦੂਜਾ ਫਿਰ ਪੈਸੇ ਨੂੰ ਖਰਚਾ ਦਿਖਾਉਣਾ, ਉਹਨੂੰ ਮੂਵ ਕਿੱਦਾਂ ਕਰਨਾ, ਉਹ ਵੀ। ਮਨੀ ਲਾਂਡਰਿੰਗ ਦੇ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਰਿਸਕ ਹੈ। ਆਡੀਟਰ ਜਨਰਲ ਆਫ BC ਨੇ ਇਹ ਕਨਫਰਮ ਕੀਤਾ। ਆਲਮੋਸਟ 4 to 5% of organizations in BC said कि we fear that money has been laundered through our organizations. So अगर एक province ਦੇ auditor journal ਇਹ ਕਹਿ ਰਹੇ ਨੇ, I'm sure ਇਹ replicate ਸਾਰੇ ਪਾਸੇ ਇਹੀ ਹੋਏਗਾ ਨਾ, ਇਹ ਥੋੜਾ ਨਾ ਕਿ ਇਕੱਲਾ BC 'ਚ ਇਹ ਸਿਚੁਏਸ਼ਨ ਹੈ। ਹਾਂਜੀ, ਇਹ ਹੁਣ ਗੱਲ ਉਹੀ ਹੈ ਵੀ ਆਪਣੇ ਰੈਗੂਲੇਟਰਸ ਨੂੰ ਰੌਲਾ ਪਾਈਏ ਵੀ ਇੰਨੇ ਪੈਸੇ ਤੁਸੀਂ ਗ੍ਰਾਂਟਸ ਵਿੱਚ ਦਿੰਦੇ ਹੋ ਆਪਣੀ ਨਾਟ ਫॉर ਪ੍ਰੋਫਿਟ ਸੈਕਟਰ ਨੂੰ, ਉਹਨਾਂ ਦੀ ਅਕਾਊਂਟੇਬਿਲਿਟੀ ਕੀ ਹੈ? ਆਪਣੇ ਇਲੈਕਸ਼ਨਸ ਦੇ ਟਾਈਮ 'ਤੇ ਉਹ ਗ੍ਰਾਂਟਸ ਅਨਾਊਂਸ ਕਰ, ਪਹਿਲੀ ਗੱਲ ਤਾਂ ਅਨਾਊਂਸ ਜਦੋਂ ਕਰਦੇ ਨੇ ਸਾਲ ਇਲੈਕਸ਼ਨ ਤੋਂ ਪਹਿਲਾਂ ਇਹ ਸ਼ੁਰੂ ਹੁੰਦਾ ਕੰਮ ਜ਼ਿਆਦਾ, 6 ਮਹੀਨੇ ਪਹਿਲਾਂ, ਸਾਲ ਕੁ ਪਹਿਲਾਂ, ਕਿ ਫਿਰ ਰੋਜ਼ ਕੋਈ ਨਾ ਕੋਈ ਫੰਡਿੰਗ ਅਨਾਊਂਸਮੈਂਟ ਹੁੰਦੀ ਹੈ। ਅੱਜ 10 ਇੱਥੇ ਵੰਡ ਰਹੇ ਨੇ, 20 ਉੱਥੇ ਵੰਡ ਰਹੇ ਨੇ, 4 ਉੱਥੇ ਵੰਡ ਰਹੇ ਨੇ। ਜਦ ਕਿ ਆਪਣੇ ਬੇਸਿਕ ਜਿਹੜੀਆਂ ਇਨਫਰਾਸਟਰਕਚਰ ਦੀਆਂ ਚੀਜ਼ਾਂ ਨੇ, ਜਾਂ ਜੋ ਆਪਣੇ ਰਹਿਣ ਸਹਿਣ ਦੀਆਂ ਬੇਸਿਕ ਹਾਊਸਿੰਗ ਦੇ ਕ੍ਰਾਈਸਿਸ ਹੋ ਗਏ, ਜੌਬਸ ਦੀ ਜੌਬਲੈਸਨੈਸ ਹੋਈ, ਜਾਂ ਇਹੋ ਜਿਹੀਆਂ ਚੀਜ਼ਾਂ 'ਚ ਕੋਈ ਧਿਆਨ ਨਹੀਂ ਹੈਗਾ। ਮੀਨਾਕਸ਼ੀ ਜੀ, ਹੁਣ ਆਖਰ ਦੇ 'ਚ ਸਵਾਲ ਇਹ ਹੈ ਕਿ ਮੋਟੀ ਵੈਸੇ ਤਾਂ ਡਿਟੇਲਸ ਇਹਦੀਆਂ ਇੰਨੀਆਂ ਲੰਬੀਆਂ ਚੌੜੀਆਂ ਨੇ, ਸ਼ਾਇਦ ਇੱਕ ਸ਼ੋਅ 'ਚ ਨਹੀਂ ਹੋ ਸਕਦਾ, ਪਰ ਹੁਣ ਸਵਾਲ ਹੈ ਕਿ ਇਹ ਸਾਰਾ ਕੁਝ ਜੋ ਹੋ ਰਿਹਾ, ਇਹਨੂੰ ਬਦਲਣ ਦੀ, ਸੁਧਾਰਨ ਦੀ ਕੋਈ ਗੱਲ ਕਿਸੇ ਪਾਸੇ ਹੋ ਰਹੀ ਹੈ ਕਿ ਜਾਂ ਇਹ ਐਸੀ ਹੋਲੀ ਕਾਓ ਹੈ ਜਿਹਨੂੰ ਕੋਈ ਹੱਥ ਨਹੀਂ ਲਾਉਣਾ ਚਾਹੁੰਦਾ? ਅਜੇ ਕੋਈ ਬੋਲੇਗਾ ਵੀ ਤੇ ਤੁਹਾਡੇ 'ਤੇ ਉਂਗਲਾਂ ਖੜੀਆਂ ਹੋ ਜਾਣਗੀਆਂ, ਕਿਉਂਕਿ ਐਡੀ ਵੱਡੀ ਇਹ ਲੌਬੀ ਹੈ, ਇਹਨਾਂ ਨੇ ਫਿਰ ਪ੍ਰਚਾਰ ਕਰਨਾ, ਇਹ ਲੋਕਾਂ ਦੇ ਕੰਮ ਨੇ, ਲੋਕ ਭਲਾਈ ਦੇ ਕੰਮ ਨੇ, ਇਹ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ। ਬਹੁਤ ਅੱਛੀ ਚੀਜ਼ ਤੁਸੀਂ ਰੇਜ਼ ਕੀਤੀ ਹੈ ਸ਼ਮੀਲ ਜੀ। ਅਨਫੋਰਚੂਨੇਟਲੀ ਨਹੀਂ ਕੋਈ ਇਹੋ ਜਿਹੀ ਮੇਜਰ ਚੇਂਜ ਨਹੀਂ ਹੋ ਰਹੀ ਜਾਂ ਹੋਈ ਫੈਡਰਲ ਲੈਵਲ 'ਤੇ ਤਾਂ ਬਿਲਕੁਲ ਵੀ ਨਹੀਂ। ਓਨਟਾਰੀਓ ਨੇ 2019, ਜਿਸ ਤਰ੍ਹਾਂ ਮੈਂ ਕਿਹਾ ਵੀ ਓਨਟਾਰੀਓ ਨਾਟ ਫॉर ਪ੍ਰੋਫਿਟ ਕਾਰਪੋਰੇਸ਼ਨਸ ਐਕਟ, ਉਹ 2019 'ਚ ਲੈਜਿਸਲੇਟ ਕੀਤਾ ਸੀ, ਜਿਹਦੀ ਕਿ ਇਨਫੋਰਸਮੈਂਟ ਉਹਨਾਂ ਨੇ 3 ਸਾਲ ਦਿੱਤੇ ਸੀ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ, ਜੋ ਕਿ ਓਨਟਾਰੀਓ ਕਾਰਪੋਰੇਸ਼ਨਸ ਐਕਟ ਦੇ ਅੰਡਰ ਰਜਿਸਟਰਡ ਸੀਗੀਆਂ। ਉਹਨਾਂ ਦੀ ਇੱਕ ਪ੍ਰੋਵੀਜ਼ਨ ਦੇ ਅੰਡਰ ਵੀ ਤੁਹਾਡੇ ਕੋਲ 3 ਸਾਲ ਨੇ ਆਪਣੇ ਬਾਇਲਾਜ਼ ਅਤੇ ਆਰਟੀਕਲਸ ਵਗੈਰਾ ਚੇਂਜ ਕਰਨ ਨੂੰ, ਆਪਣੇ ਜਿਹੜੇ ਕੰਪਨੀ ਦੇ ਡਾਕੂਮੈਂਟਸ ਆ, ਲੀਗਲ ਡਾਕੂਮੈਂਟਸ ਆ, ਉਹਨਾਂ ਨੂੰ ਚੇਂਜ ਕਰਨ ਨੂੰ। ਉਹ 'ਚ ਕੁਛ ਚੇਂਜਸ ਹੋਈਆਂ ਨੇ ਜੋ ਕਿ ਪੇਪਰ ਵਾਸਤੇ ਬਹੁਤ ਵਧੀਆ ਨੇ। ਜਿੱਦਾਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਰਜਿਸਟਰਡ ਚੈਰਿਟੀਜ਼ ਅਤੇ ਨਾਟ ਫॉर ਪ੍ਰੋਫਿਟਸ 10,000 ਤੋਂ ਜ਼ਿਆਦਾ ਪਬਲਿਕ ਰਿਸੋਰਸਿਸ ਜਿਨ੍ਹਾਂ ਨੂੰ ਫੰਡਿੰਗ ਮਿਲਦੀ ਆ, 3 ਸਾਲ ਲਈ ਉਹਨਾਂ ਨੂੰ ਆਪਣੇ ਐਸੈਟ ਲੌਕ ਕਰਨੇ ਮੈਂਡੇਟਰੀ ਹੋ ਗਏ ਨੇ। ਮੀਨਿੰਗ ਕਿ ਅਗਰ ਉਹ ਮਨੀ ਡਾਈਵੈਸਟ ਕਰਦੇ ਨੇ ਜਾਂ ਕਿਤੇ ਹੋਰ ਫਲੋ ਕਰ ਰਿਹਾ ਮਨੀ, ਤਾਂ ਉਹ ਨਹੀਂ ਕਰ ਸਕਦੇ। ਉਹਨਾਂ ਨੂੰ ਲਾਈਕ ਦੇ ਹੈਵ ਟੂ ਪ੍ਰੀਜ਼ਰਵ ਦੋਜ਼ ਐਸੈਟਸ ਫॉर ਅ ਪੀਰੀਅਡ ਆਫ ਮਿਨੀਮਮ ਪੀਰੀਅਡ ਆਫ 3 years। ਬਟ ਹੁਣ ਉਹ ਰਿਪੋਰਟ ਕੌਣ ਕਰ ਰਿਹਾ? ਉਹ ਰਿਪੋਰਟ ਵੀ ਆਪ ਹੀ ਕਰਨਗੀਆਂ ਆਰਗੇਨਾਈਜੇਸ਼ਨਸ ਕਿ ਹਾਂਜੀ ਸਾਨੂੰ ਇੰਨੇ ਪੈਸੇ ਮਿਲੇ ਆ, ਅਸੀਂ ਐਸੈਟ ਲੌਕ ਇਸ ਤਰੀਕੇ ਨਾਲ ਕੀਤਾ। ਹੁਣ ਐਕਚੁਅਲੀ ਕੀ ਹੋ ਰਿਹਾ ਅੰਦਰ, ਵੀ ਡੋਂਟ ਨੋ।
ਤੇ ਉਹਦੀ ਸੁਪਰਵਿਜ਼ਨ ਕੌਣ ਕਰ ਰਿਹਾ? ਕੋਈ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਨੇ ਆਪਣੀਆਂ ਹੀ ਆਡਿਟਸ, ਐਨੂਅਲ ਆਡਿਟਸ ਆਪ ਹੀ ਕਰਾਉਣੀਆਂ ਨੇ, ਪੁੱਟ ਟੁਗੇਦਰ ਕਰਾਉਣੀਆਂ ਨੇ, ਤੇ ਆਪ ਹੀ ਉਹਨਾਂ ਨੇ ਗਵਰਨਮੈਂਟਸ ਨੂੰ ਆਪਣੇ ਐਨੂਅਲ ਉਹਦੇ ਹਿਸਾਬ ਨਾਲ ਭੇਜੀਆਂ। ਇਹਨਾਂ ਦੀ ਤਾਂ ਕੋਈ ਇਹ ਸਟੱਡੀ ਕਰਵਾ ਲਵੇ ਵੀ ਜਿਹੜੇ ਇਹਨਾਂ ਨੇ ਇੱਥੇ ਜਿਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ, ਵੱਡੇ ਵੱਡੇ ਕੰਟਰੈਕਟ ਦਿੱਤੇ ਨੇ, ਉਹ ਕੌਣ ਨੇ? ਇਹੀ ਬੜਾ ਵੱਡਾ ਘੁਟਾਲਾ। ਫਰੈਂਡਸ ਆਫ ਫਰੈਂਡਸ ਨੇ, ਰਿਲੇਟਿਵਸ, ਰਿਸ਼ਤੇਦਾਰ ਨੇ, ਘਰ ਦੇ ਮੈਂਬਰ ਨੇ। ਹਾਂਜੀ, ਐਂਡ ਇਹ ਪਬਲਿਕ ਨੌਲੇਜ ਹੈ। ਮੈਂ ਇਨਫੈਕਟ ਆਪ ਇੱਕ ਚੈਰਿਟੀ ਨੂੰ ਇਸ ਤਰ੍ਹਾਂ ਦੀ ਨੂੰ ਜਾਣਦੀ ਹਾਂ, ਜਿਹੜੇ ਕਿ ਪਬਲਿਕ ਤੋਂ ਬਹੁਤ, ਪਬਲਿਕ ਫੰਡਿੰਗ ਤੋਂ, ਮਿਨਿਸਟਰੀ ਆਫ ਹੈਲਥ ਤੋਂ ਬਹੁਤ ਵੱਡੀ ਫੰਡਿੰਗ ਲੈਂਦੇ ਨੇ, ਅਤੇ ਉਹਨਾਂ ਦਾ ਆਫਿਸ ਦੇਖਣ ਵਾਲਾ ਹੈ, ਇਟਸ ਸੋ ਲੈਵਿਸ਼, ਐਂਡ ਉਹਨਾਂ ਦੇ ਐਨੂਅਲ ਰਿਟਰੀਟਸ ਹੁੰਦੇ ਨੇ, ਕੈਰੀਬੀਅਨ 'ਚ ਹੁੰਦੇ ਨੇ, ਈਵਨ ਓਨਟਾਰੀਓ 'ਚ ਵੀ ਬਹੁਤ ਇੰਟਰਸਟਿੰਗ, ਲਾਈਕ ਹੰਟਸਵਿਲ ਵਗੈਰਾ 'ਚ, ਮਸਕੋਕਾ ਰੀਜਨ 'ਚ ਹੁੰਦੇ ਨੇ ਐਨੂਅਲ ਰਿਟਰੀਟਸ ਜਾਂ ਸਮਰ ਰਿਟਰੀਟਸ, ਅਤੇ ਉੱਥੇ ਉਹਨਾਂ ਦੀ ਮੀਟਿੰਗਸ ਹੁੰਦੀਆਂ, ਕਾਨਫਰੰਸਿਸ ਹੁੰਦੀਆਂ ਨੇ, ਐਂਡ ਆਲ ਬਾਈ ਪਬਲਿਕ ਫੰਡਡ ਮਨੀ। ਕੰਮ ਉਹ ਸਮਾਜ ਸੇਵਾ ਦਾ ਕਰਦੇ ਨੇ, ਕੰਮ ਉਹ ਸਮਾਜ ਸੇਵਾ ਦਾ ਕਰਦੇ ਨੇ। ਆਪਣੇ ਜਿਹੜੇ ਡਿਸੇਬਲਡ ਪੀਪਲਸ ਨੇ, ਉਹਨਾਂ ਦੇ ਵਾਸਤੇ ਇਹ ਤੁਸੀਂ ਦੇਖੋ ਨਾ, ਆਰਗੇਨਾਈਜੇਸ਼ਨ ਤੁਸੀਂ ਡਿਸੇਬਲ ਲੋਕਾਂ ਦੀ ਮਦਦ ਲਈ ਆਰਗੇਨਾਈਜੇਸ਼ਨ ਖੋਲ੍ਹੀ ਹੈ। ਹਾਂਜੀ, ਉਹਦੇ ਨਾਂ 'ਤੇ ਤੁਸੀਂ ਪੈਸਾ ਲੈ ਰਹੇ ਹੋ। ਹਾਂਜੀ, ਤੇ ਔਰ ਉਸ ਪੈਸੇ ਨੂੰ ਯੂਜ਼ ਕਿਵੇਂ ਕਰ ਰਹੇ ਹੋ? ਤੁਸੀਂ ਦੇਖੋ ਨਾ, ਇਹ ਮਤਲਬ ਇਹ ਸਮਾਜ ਸੇਵਕ ਹੋਏ ਕਿ ਕ੍ਰਿਮੀਨਲ ਹੋਏ? ਉਹਨਾਂ ਦੇ ਆਪਦੇ ਬਜਟਸ, ਆਪਣੇ ਹੀ ਐਕਸਪੈਂਸਿਸ ਬਹੁਤ ਜ਼ਿਆਦਾ ਨੇ, ਐਂਡ ਫਿਰ ਉਹਨਾਂ ਨੇ ਅੱਗੇ ਸਬਸਿਡਰੀਜ਼ ਬਣਾਈ ਹੋਈਆਂ ਫॉर ਪ੍ਰੋਫਿਟ ਦੇ ਵਿੱਚ ਤਾਂ ਮਤਲਬ ਸਿੱਧਾ ਵਾ ਕਿ ਉਹ ਅਗਰ ਮੈਂ ਆਰਮਸ ਲੈਂਥ ਦਿਖਾ ਦਾਂ ਕਿ ਮੇਰੀ ਉਹਦੇ ਨਾਲ ਕੋਈ ਲਿੰਕ ਨਹੀਂ ਹੈ, ਰਾਦਰ ਮੈਂ ਇਹ ਦਿਖਾ ਦੇਵਾਂ ਕਿ ਮੈਂ ਜਿਹੜੇ ਡਿਸੇਬਲਡ ਲੋਕਾਂ ਨੂੰ, ਜਿਨ੍ਹਾਂ ਨੂੰ ਮੈਂ ਟ੍ਰੇਨ ਕਰਦਾ ਵਾਂ ਜਾਂ ਟ੍ਰੇਨ ਕਰਦੀ ਹਾਂ, ਉਹਨਾਂ ਨੂੰ ਮੈਂ ਇਸ ਫॉर ਪ੍ਰੋਫਿਟ ਆਰਗੇਨਾਈਜੇਸ਼ਨ 'ਚ ਜੋਬਸ ਦੇ ਰਹੀ ਹਾਂ, ਅਤੇ ਜਿਹੜਾ ਵੀ ਮਿਨੀਮਮ ਮੇਰਾ ਕੱਟ ਆਫ ਹੈ, ਰਿਕੁਆਇਰਡ ਕੱਟ ਆਫ ਹੈ, ਅਗਰ ਮੈਂ ਉਹ ਮੀਟ ਕਰਤਾ, ਜੇ ਅਗਰ ਲੈਟਸ ਸੇ 1000 ਜੋਬਸ 'ਚੋਂ ਮੈਂ 20% ਜੋਬਸ ਡਿਸੇਬਲਡ ਨੂੰ ਦੇਤੀਆਂ, ਤਾਂ ਮੈਨੂੰ ਫੰਡਿੰਗ, ਐਕਸ ਅਮਾਊਂਟ ਆਫ ਫੰਡਿੰਗ ਮਿਲ ਰਹੀ ਹੈ ਐਨੂਅਲੀ, ਐਂਡ ਮੈਂ ਆਪਣੇ ਫॉर ਪ੍ਰੋਫਿਟ ਬਹੁਤ ਵਧੀਆ ਤਰੀਕੇ ਨਾਲ ਕੱਢ ਰਿਹਾ, ਅਤੇ ਉਹਦੇ 'ਚੋਂ ਮੈਂ ਆਪਣਾ ਐਨੂਅਲ ਸੈਲਰੀ ਵੀ ਲਿਖ ਸਕਦਾ ਵਿਦ ਬੋਨਸ, ਐਂਡ ਆਪਣੇ ਜਿਹੜੇ ਹੋਰ 4-5 ਬਹੁਤ ਕਲੋਜ਼ ਰਿਲੇਟਿਵਸ, ਬਿਗ ਸਕੈਮ ਹੈ ਜੀ, ਨਾਟ ਫॉर ਪ੍ਰੋਫਿਟ ਦੇ ਨਾਂ 'ਤੇ ਬਿਗ ਸਕੈਮ, ਜਿਹਦੇ 'ਚ ਮੇਜਰ ਰਿਫਾਰਮਸ ਦੀ ਜ਼ਰੂਰਤ ਹੈ, ਤਾਂ ਕਿ ਜਿਹੜਾ ਇਹ ਪੈਸਾ ਸਹੀ ਪਾਸੇ ਜਾਏ, ਅਤੇ ਜਿਹੜੇ ਰੀਅਲ ਕਾਜ਼ ਵਾਸਤੇ ਪੈਸਾ ਟੈਕਸ ਪੇਡ ਦਾ ਜਾਂਦਾ ਉੱਥੇ ਪਹੁੰਚੇ। ਫਿਲਹਾਲ ਕੋਈ ਓਵਰਸਾਈਟ ਨਹੀਂ ਹੈ। ਆਈ ਥਿੰਕ ਆਪਾਂ ਹੋਰ ਵੱਡੀਆਂ ਪ੍ਰੋਬਲਮਸ 'ਚ ਇੰਨੇ ਜ਼ਿਆਦਾ ਬੌਗ ਡਾਊਨ ਆ ਕਿ ਇੱਥੇ ਤੱਕ ਜੇ ਕਿਸੇ ਦੀ ਸੋਚਣ ਦੀ ਵੇਲ ਨਹੀਂ ਹੈ ਸਾਨੂੰ ਵੀ ਅੱਜ ਤੋਂ ਬਾਅਦ ਸ਼ਾਇਦ ਦੁਬਾਰਾ ਗੱਲ ਕਰਨ ਦੀ ਮੌਕਾ ਨਾ ਮਿਲੇਗਾ ਕਿ ਨਹੀਂ, ਕਿਉਂਕਿ ਹੋਰ ਇਮੀਡੀਏਟ ਜਿਹੜੀ ਰੋਟੀ ਕੱਪੜਾ ਮਕਾਨ ਦੇ ਚੈਲੰਜਸ ਆ ਉਹੀ ਨਹੀਂ ਖਤਮ ਹੋ ਰਹੇ, ਉਹ ਵੀ ਕੈਨੇਡਾ ਵਰਗੀ ਕੰਟਰੀ 'ਚ। ਸੋ ਬਹੁਤ ਸ਼ੁਕਰੀਆ ਜੀ, ਥੈਂਕ ਯੂ।